ਨਿੱਘਾ ਸਵਾਗਤ ਜੀ ਆਇਆਂ ਨੂੰ। ਸਾਡਾ ਸਭ ਤੋਂ ਵੱਡਾ ਖਜ਼ਾਨਾ ਕੀ ਹੈ? ਸਾਡੇ ਬਜ਼ੁਰਗਾਂ ਦਾ ਤਜਰਬਾ, ਉਹਨਾਂ ਦਾ ਅਨੁਭਵ ਜੋ ਸਾਡੇ ਤੱਕ ਪਹੁੰਚਿਆ ਸਦੀਆਂ ਤੋਂ ਯਾਤਰਾ ਕਰਦਾ ਹੋਇਆ ਗ੍ਰੰਥਾਂ ਦੇ ਰੂਪ ਦੇ ਵਿੱਚ। ਪੁਰਾਤਨ ਪੁਸਤਕਾਂ ਸਾਡੇ ਕੋਲ ਨੇ, ਪੁਰਾਤਨ ਪਵਿੱਤਰ ਗ੍ਰੰਥ ਸਾਡੇ ਕੋਲ ਨੇ। ਉਹ ਸਾਰਾ ਅਨੁਭਵ ਹੈ ਸਾਡੇ ਬਜ਼ੁਰਗਾਂ ਦਾ। ਅੱਜ ਅਸੀਂ ਪੜ੍ਹਦੇ ਹਾਂ, ਮਾਣ ਮਹਿਸੂਸ ਕਰਦੇ ਹਾਂ। ਕਿਸੇ ਸਮੇਂ ਇਹ ਵੀ ਨਹੀਂ ਹੁੰਦਾ ਸੀ। ਕਿਸੇ ਸਮੇਂ ਸਭ ਕੁਝ ਯਾਦ ਕੀਤਾ ਜਾਂਦਾ ਸੀ ਔਰ ਯਾਦ ਕਰਕੇ ਹੀ ਅਗਲੀ ਪੀੜ੍ਹੀ ਤੱਕ ਪਹੁੰਚਾਇਆ ਜਾਂਦਾ ਸੀ, ਉਹਨਾਂ ਨੂੰ ਵੀ ਯਾਦ ਕਰਵਾਇਆ ਜਾਂਦਾ ਸੀ। ਪਰ ਸਮੇਂ ਦੇ ਨਾਲ ਨਾਲ ਜਦੋਂ ਦਾ ਪੁਸਤਕਾਂ ਦਾ ਜਨਮ ਹੋਇਆ, ਪਹਿਲਾਂ ਤਾਂ ਪੱਤਿਆਂ ਦੇ ਉੱਤੇ ਲਿਖਿਆ ਜਾਂਦਾ ਸੀਗਾ, ਫਿਰ ਨਾਲ ਦੀ ਨਾਲ ਪੁਸਤਕਾਂ ਦਾ ਜਨਮ ਹੋਇਆ, ਪੇਪਰ ਦਾ ਜਨਮ ਹੋਇਆ, ਕਾਗਜ਼ ਦੇ ਉੱਤੇ ਲਿਖਿਆ ਜਾਣ ਲੱਗਾ, ਲਿਪੀ ਨੇ ਜਨਮ ਲਿੱਤਾ। ਤਾਂ ਉਹ ਜੋ ਅਸੀਂ ਯਾਦ ਰੱਖਦੇ ਸੀ ਉਸ ਤੋਂ ਬਾਅਦ ਉਹਨੇ ਲਿਖਤੀ ਰੂਪ ਲਿਆ ਤੇ ਫਿਰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਯਾਤਰਾ ਕਰਦਾ ਹੋਇਆ ਅੱਜ ਤੱਕ ਉਹ ਪਹੁੰਚ ਚੁੱਕਾ ਹੈ। ਸੋ ਫਿਰ ਇੱਕ ਸਮਾਂ ਉਹ ਆਇਆ ਜਦੋਂ ਇਨਸਾਨ ਨੇ ਕੈਮਰਾ ਬਣਾਇਆ, ਫਿਰ ਕੈਮਰੇ ਦੇ ਰਾਹੀਂ, ਫਿਰ ਪ੍ਰਿੰਟਿੰਗ ਦੇ ਰਾਹੀਂ ਇੱਕ ਥਾਂ ਦਾ ਗਿਆਨ ਦੂਜੀ ਥਾਂ ਤੇ ਪਹੁੰਚਣ ਲੱਗਾ। ਕੈਮਰਾ ਹਰ ਥਾਂ ਦੀ ਇੱਕ ਪਿਕਚਰ ਉਤਾਰ ਕੇ, ਇੱਕ ਤਸਵੀਰ ਬਣਾ ਕੇ ਥਾਂ ਥਾਂ ਦੇ ਉੱਤੇ ਅਸੀਂ ਫਿਲਮਾਂ ਦੇ ਰੂਪ ਦੇ ਵਿੱਚ ਪਹੁੰਚਾਉਂਦੇ। ਪ੍ਰਿੰਟਿੰਗ ਆਈ ਤੇ ਫਿਰ ਅਸੀਂ ਪੁਸਤਕਾਂ ਛਾਪ ਕੇ ਇੱਕ ਪੁਸਤਕ ਦੀਆਂ ਹੋਰ ਅਨੇਕਾਂ ਕਾਪੀਆਂ ਬਣਾ ਕੇ ਥਾਂ ਥਾਂ ਦੇ ਉੱਤੇ ਅਸੀਂ ਪਹੁੰਚਾਉਣ ਲੱਗੇ। ਗਿਆਨ ਦਾ ਹੋਰ ਪ੍ਰਸਾਰ ਹੋਇਆ, ਪ੍ਰਚਾਰ ਹੋਇਆ ਔਰ ਅੱਗੇ ਵਧਦੇ ਅੱਜ ਦਾ ਯੁੱਗ ਆ ਗਿਆ ਹੈ, ਡਿਜੀਟਲ ਯੁੱਗ। ਹਰ ਚੀਜ਼ ਨੂੰ ਡਿਜੀਟਾਈਜ਼ ਕਰਨਾ ਅਸੀਂ ਦੇਖਦੇ ਹਾਂ। ਮੋਬਾਈਲਸ ਦੇ ਉੱਤੇ ਅਸੀਂ ਆਪਣਾ ਬਹਿ ਕੇ ਪੜ੍ਹਦੇ ਹਾਂ, ਈ ਬੁੱਕਸ ਨੇ, ਬਹੁਤ ਸਾਰੀ ਇਨਫੋਰਮੇਸ਼ਨ ਆਉਂਦੀ ਹੈ। ਸੋ ਇਹ ਡਿਜੀਟਲ ਵਰਲਡ ਸ਼ੁਰੂ ਹੋ ਚੁੱਕਾ ਹੈ। ਇਹਨੇ ਵੀ ਕ੍ਰਾਂਤੀ ਲੈ ਕੇ ਆਉਂਦੀ, ਹਰ ਜੋ ਇਨਸਾਨ ਦੀ ਉਪਲਬਧੀ ਉਹ ਇੱਕ ਕ੍ਰਾਂਤੀ ਲੈ ਕੇ ਆਉਂਦੀ ਹੈ। ਅੱਜ ਅਸੀਂ ਗੱਲ ਕਰਾਂਗੇ ਜੋ ਅਜੋਕੇ ਸਮੇਂ ਦੀ ਲੇਟੈਸਟ ਟੈਕਨੋਲੋਜੀ ਹੈ, ਆਧੁਨਿਕ ਜੋ ਤਕਨੀਕ ਹੈ, ਪੁਸਤਕਾਂ ਨੂੰ, ਹੋਰ ਸਾਰੇ ਲਿਟਰੇਚਰ ਨੂੰ, ਹੋਰ ਸਾਰੀਆਂ ਮੈਨੂਸਕ੍ਰਿਪਟਸ ਜੋ ਵੀ ਹੱਥ ਲਿਖਤ ਪਾਂਡੂ ਲਿਪੀਆਂ ਨੇ ਉਹਨਾਂ ਨੂੰ ਬਚਾਉਣ ਦੀ, ਤਾਂ ਕਿ ਅੱਗੇ ਹੋਰ ਪੀੜ੍ਹੀਆਂ ਤੱਕ ਉਹ ਪਹੁੰਚ ਸਕੇ। ਉਹ ਪ੍ਰਕਿਰਿਆ ਕੀ ਹੈ ਜਿਹਨੂੰ ਅਸੀਂ ਕਹਾਂਗੇ ਪੰਜਾਬ ਡਿਜੀਟਲ ਲਾਇਬ੍ਰੇਰੀ। ਇਸ ਪ੍ਰਕਿਰਿਆ ਦੇ ਵਿੱਚ ਇਹ ਸਾਰਾ ਡਿਜੀਟਾਈਜ਼ ਕੀਤਾ ਜਾਂਦਾ ਹੈ। ਤਾਂ ਇਸ ਵਕਤ ਸਟੂਡੀਓਜ਼ ਦੇ ਵਿੱਚ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਕੋ-ਫਾਊਂਡਰ ਦਵਿੰਦਰਪਾਲ ਸਿੰਘ ਸਾਡੇ ਨਾਲ ਮੌਜੂਦ ਨੇ ਔਰ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਔਰ ਇਹ ਨਵਾਂ ਨਵੇਕਲਾ ਕੀ ਤਕਨੀਕ ਦਾ ਜਾਦੂ ਹੈ ਜੋ ਇਸ ਵਕਤ ਕ੍ਰਾਂਤੀ ਲੈ ਕੇ ਆ ਰਿਹਾ ਹੈ ਇਨਸਾਨ ਦੇ ਜੀਵਨ ਦੇ ਵਿੱਚ, ਸਮਾਜ ਦੇ ਵਿੱਚ, ਉਸ ਬਾਰੇ ਅਸੀਂ ਜਾਣਨਾ ਚਾਹਾਂਗੇ ਜ਼ਰੂਰ। ਦਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਸ਼ੋਅ ਦੇ ਵਿੱਚ। ਥੈਂਕ ਯੂ ਜੀ। ਸੋ ਮੈਂ ਸਾਰਾ ਬਿਆਨ ਕੀਤਾ ਜੋ ਸਾਡੀ ਯਾਤਰਾ ਰਹੀ ਹੈ ਇਨਸਾਨ ਦੀ। ਸੋ ਇਹਦੇ ਵਿੱਚ ਜੋ ਡਿਜੀਟਲ ਵਰਡ ਹੈ, ਡਿਜੀਟਾਈਜੇਸ਼ਨ ਹੋਣ ਜਾ ਰਹੀ ਹੈ, ਇਹ ਚੀਜ਼ ਕੀ ਹੈ? ਕੀ ਹੁੰਦਾ ਕੀ ਹੈ ਡਿਜੀਟਲ? ਡਿਜੀਟਾਈਜੇਸ਼ਨ ਬੇਸਿਕਲੀ ਅਸੀਂ ਕਿਸੇ ਵੀ ਚੀਜ਼ ਨੂੰ ਜਿਹੜੀ ਅਸੀਂ ਫੀਲ ਕਰ ਸਕਦੇ ਹੈਗੇ ਹਾਂ, ਜਿਹਨੂੰ ਅਸੀਂ ਪੜ੍ਹ ਸਕਦੇ ਹਾਂ, ਦੇਖ ਸਕਦੇ ਹਾਂ, ਟੱਚ ਕਰ ਸਕਦੇ ਹੈਗੇ ਹਾਂ, ਉਹਨੂੰ ਕੰਪਿਊਟਰ ਦੇ ਵਿੱਚ ਲੈ ਆਉਣਾ। ਹੂ ਬਹੂ ਜਿਵੇਂ ਉਹ ਦਿਖਦੀ ਹੈ ਉਵੇਂ ਹੀ ਉਹ ਕੰਪਿਊਟਰ ਦੇ ਵਿੱਚ ਦਿਖੇ, ਉਹਨੂੰ ਅਸੀਂ ਕਹਿੰਦੇ ਹਾਂ ਡਿਜੀਟਲ ਪ੍ਰੀਜ਼ਰਵੇਸ਼ਨ। ਡਿਜੀਟਲ ਤਰੀਕੇ ਦੇ ਨਾਲ ਅਸਲ ਨੂੰ ਸਾਂਭ ਲਿਆ ਤਾਂ ਕਿ ਆਉਣ ਵਾਲੀਆਂ ਜਨਰੇਸ਼ਨਸ ਉਹਨੂੰ ਉੱਦਾਂ ਹੀ ਦੇਖ ਸਕਣ। ਹੁਣ ਜਿਹੜੀ ਗੱਲ ਤੁਸੀਂ ਕਰ ਰਹੇ ਸੀਗੇ ਹੁਣੇ ਕਿ ਸਦੀਆਂ ਤੋਂ ਉਹ ਪ੍ਰਕਿਰਿਆ ਤੁਰੀ ਆਉਂਦੀ ਹੈਗੀ ਹੈ, ਬੇਸਿਕਲੀ ਡਿਜੀਟਾਈਜੇਸ਼ਨ ਵੀ ਉਹਦਾ ਹੀ ਹਿੱਸਾ ਹੈ। ਇਨਸਾਨ ਜਿਹੜਾ ਹੈਗਾ ਉਹ ਨੌਲੇਜ ਨੂੰ ਸਾਂਭ ਕੇ ਰੱਖਦਾ ਹੈ। ਇਸੇ ਕਰਕੇ ਅਸੀਂ ਬਾਕੀ ਜੀਵ ਜੰਤੂਆਂ ਤੋਂ ਵੱਖਰੇ ਹੈਗੇ ਹਾਂ। ਅਸੀਂ ਜਿੰਨਾ ਆਪਣਾ ਐਕਸਪੀਰੀਅੰਸ ਹੈਗਾ ਉਹਨੂੰ ਸਾਂਭਦੇ ਹਾਂ, ਆਪਣੇ ਬੱਚਿਆਂ ਨੂੰ ਦੱਸਦੇ ਹਾਂ ਕਿ ਮੈਂ ਇਹ ਗਲਤੀ ਕੀਤੀ ਸੀਗੀ, ਤੂੰ ਨਾ ਕਰੀ ਨਾ। ਉਹ ਚੀਜ਼ਾਂ ਅਸੀਂ ਲਿਖਤੀ ਰੂਪ ਦੇ ਵਿੱਚ ਵੀ ਸਾਂਭਦੇ ਹਾਂ। ਸੋ ਉਹ ਹਜ਼ਾਰਾਂ ਸਾਲਾਂ ਤੋਂ ਉਵੇਂ ਚੱਲਦਾ ਆ ਰਿਹਾ ਹੈਗਾ। ਉਹ ਸ਼ਬਦਾਂ ਦੀ ਯਾਤਰਾ ਨਿਰੰਤਰ ਚੱਲ ਰਹੀ ਹੈ। ਪਹਿਲੇ ਅਸੀਂ ਯਾਦ ਕਰਕੇ ਉਹਨੂੰ ਸਾਂਭਦੇ ਸੀਗੇ, ਫਿਰ ਇਨਸਾਨ ਨੇ 2500 ਸਾਲ ਪਹਿਲੇ ਕਾਗਜ਼ ਬਣਾ ਲਿਆ, ਲਿਪੀ ਬਣਾ ਲਈ, ਕਲਮ ਬਣਾ ਲਈ, ਸਿਆਹੀ ਬਣਾ ਲਈ ਅਤੇ ਲਿਖਣਾ ਸ਼ੁਰੂ ਕਰ ਦਿੱਤਾ। ਸੋ ਉਵੇਂ 2-2.5 ਹਜ਼ਾਰ ਸਾਲ ਆਪਾਂ ਨੌਲੇਜ ਨੂੰ ਸਾਂਭਦੇ ਰਹੇ ਲਿਖ ਕੇ ਜੀ। ਫਿਰ 500 ਸਾਲ ਪਹਿਲੇ ਪ੍ਰਿੰਟਿੰਗ ਪ੍ਰੈਸ ਬਣਾ ਲਈ। ਸੋ ਅਸੀਂ ਇੱਕ ਹੱਥ ਲਿਖਤ ਦੀਆਂ ਕਈ ਕਾਪੀਜ਼ ਬਣਾ ਕੇ ਸਾਂਭਣ ਲੱਗ ਗਏ। ਸੋ ਸਾਡੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹ ਹਮੇਸ਼ਾ ਚਲਦੀ ਰਹਿੰਦੀ ਹੈਗੀ ਹੈ ਕਿ ਆਪਾਂ ਨੌਲੇਜ ਨੂੰ ਕਿਵੇਂ ਸਾਂਭੀਏ। ਅਤੇ ਹੁਣ ਪ੍ਰਿੰਟਿੰਗ ਪ੍ਰੈਸ ਤੋਂ ਬਾਅਦ ਅਗਲੀ ਟੈਕਨੋਲੋਜੀ ਆ ਗਈ ਡਿਜੀਟਲ। ਅਤੇ ਜਿਹੜੀਆਂ ਚੀਜ਼ਾਂ ਹੱਥ ਲਿਖਤ ਸੀਗੀਆਂ ਅਤੇ ਉਹ ਛਾਪੇਖਾਨੇ ਦੇ ਵਿੱਚ ਨਹੀਂ ਗਈਆਂ, ਕਿਤਾਬੀ ਰੂਪ ਦੇ ਵਿੱਚ ਨਹੀਂ ਛਪੀਆਂ, ਅਤੇ ਉਹ ਹੱਥ ਲਿਖਤਾਂ ਹਮੇਸ਼ਾ ਲਈ ਖਤਮ ਹੋ ਗਈਆਂ ਅਤੇ ਸਾਨੂੰ ਪਤਾ ਵੀ ਨਹੀਂ ਹੈਗਾ। ਉਵੇਂ ਹੀ ਜਿਹੜੀਆਂ ਹੁਣ ਹੱਥ ਲਿਖਤਾਂ ਜਾਂ ਛਪੀਆਂ ਹੋਈਆਂ ਕਿਤਾਬਾਂ ਜਿਹੜੀਆਂ ਡਿਜੀਟਲ ਨਹੀਂ ਹੋਣਗੀਆਂ, ਉਹ ਅਗਲੇ 50-60 ਸਾਲਾਂ ਦੇ ਵਿੱਚ ਹੀ ਖਤਮ ਹੋ ਜਾਣਗੀਆਂ ਅਤੇ ਸਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਉਹ ਖਤਮ ਹੋ ਗਈਆਂ।
ਬਿਲਕੁਲ ਠੀਕ ਹੈ। ਤੁਸੀਂ ਪ੍ਰਿੰਟਿੰਗ ਜਿੱਦਾਂ ਆਪਾਂ ਗੱਲ ਕੀਤੀ, ਪ੍ਰਿੰਟਿੰਗ ਆਈ ਔਰ ਉਸ ਤੋਂ ਬਾਅਦ ਕੈਮਰਾ ਦੀ ਮੈਂ ਗੱਲ ਕੀਤੀ, ਜੋ 100-150 ਸਾਲ ਪਹਿਲਾਂ ਦੀ ਗੱਲ ਹੈ। ਇਨਵੈਂਸ਼ਨਸ ਨਵੀਆਂ ਹੋਈਆਂ, ਜਰਮਨ ਦੀ ਧਰਤੀ ਤੋਂ ਇਹ ਵੀ ਚੀਜ਼ ਸਾਹਮਣੇ ਆਈ, ਚੀਨ ਦੀ ਧਰਤੀ ਤੋਂ ਪ੍ਰਿੰਟਿੰਗ ਆਉਂਦੀ ਹੈ, ਪੇਪਰ ਆਉਂਦਾ ਹੈ। ਸੋ ਇਹ ਚੀਜ਼ਾਂ ਨੇ ਕ੍ਰਾਂਤੀ ਲਿਆਂਦੀ ਸਾਡੇ ਮਾਨਵ ਜਾਤੀ ਦੇ ਜੀਵਨ ਦੇ ਵਿੱਚ। ਸੋ ਡਿਜੀਟਾਈਜੇਸ਼ਨ, ਸੋ ਤੁਸੀਂ ਦੱਸਿਆ ਕਿ ਕਈ ਚੀਜ਼ਾਂ ਅਜਿਹੀਆਂ ਨੇ ਕਿ ਜਿਹੜੀਆਂ ਸਮਾਪਤ ਹੋ ਗਈਆਂ। ਹਜ਼ਾਰਾਂ ਗ੍ਰੰਥ ਇੱਦਾਂ ਦੇ ਪਏ ਨੇ ਜਿਨ੍ਹਾਂ ਦੀ ਕੋਈ ਅਨੁਵਾਦ ਨਹੀਂ ਹੋਇਆ, ਉਹ ਕਿਸੇ ਹੋਰ ਭਾਸ਼ਾ 'ਚ ਨੇ, ਸਾਨੂੰ ਪਤਾ ਹੀ ਨਹੀਂ ਹੈਗਾ ਉਹਦੇ ਬਾਰੇ। ਕੁਝ ਸੰਸਕ੍ਰਿਤ ਵਿੱਚ ਵੀ ਨੇ, ਪਰ ਕੋਈ ਪ੍ਰੋਜੈਕਟ ਨਹੀਂ ਹੈਗਾ ਕਿ ਉਹ ਸਾਰੇ ਅਨੁਵਾਦ ਹੋ ਸਕਣ। ਪਰ ਤੁਸੀਂ ਆਪਣੀ ਕੋਸ਼ਿਸ਼ ਕਰ ਰਹੇ ਹੋ। ਮੈਂ ਇਹ ਪੁੱਛਣਾ ਤੁਹਾਨੂੰ ਚਾਹੁੰਦਾ ਕਿ ਜਦੋਂ ਅਸੀਂ ਦੇਖਦੇ ਹਾਂ ਥਾਂ ਦੇ ਉੱਤੇ ਲਾਇਬ੍ਰੇਰੀਜ਼ ਨੇ, ਸ਼ੁਰੂ ਤੋਂ ਅਸੀਂ ਕਿਤਾਬਾਂ ਨਾਲ ਰਹਿੰਦੇ ਆ ਰਹੇ ਹਾਂ, ਕਿਤਾਬਾਂ ਸਾਨੂੰ ਚੰਗੀਆਂ ਲੱਗਦੀਆਂ ਪੜ੍ਹਨੀਆਂ, ਜਦੋਂ ਖੋਲ੍ਹਦੇ ਹਾਂ ਵਰਕਿਆਂ ਦੀ ਉਹ ਖੁਸ਼ਬੂਆਂ ਆਉਂਦੀਆਂ ਨੇ, ਹੈ ਨਾ, ਲੇਟ ਕੇ ਪੜ੍ਹਨਾ, ਬੈਠ ਕੇ ਪੜ੍ਹਨਾ, ਕਈ ਵਾਰ ਪੜ੍ਹਦੇ ਸੌਂ ਜਾਂਦੇ, ਛਾਤੀ ਦੇ ਉੱਤੇ ਕਿਤਾਬ ਪਈ ਹੋਈ, ਅਸੀਂ ਸੁੱਤੇ ਪਏ ਹਾਂ, ਉਹ ਵੀ ਇੱਕ ਨਜ਼ਾਰਾ ਹੁੰਦਾ, ਉਹ ਵੀ ਇੱਕ ਅਲੱਗ ਹੀ ਭਾਵਨਾ ਹੁੰਦੀ ਹੈ। ਲਾਇਬ੍ਰੇਰੀਆਂ ਮੌਜੂਦ ਨੇ, ਸਵੇਰੇ ਖੁੱਲ੍ਹਦੀ ਹੈ, ਸ਼ਾਮ ਤੱਕ ਖੁੱਲ੍ਹੀ ਰਹਿੰਦੀ, ਸ਼ਾਮ ਨੂੰ ਬੰਦ ਹੁੰਦੀ ਹੈ, ਇਨਸਾਨ ਉੱਥੇ ਜਾ ਸਕਦਾ ਹੈ। ਹੁਣ ਇਹ ਜਿਹੜੀ ਡਿਜੀਟਾਈਜੇਸ਼ਨ ਹੈ, ਲਾਇਬ੍ਰੇਰੀਜ਼ ਹੋਣ ਦੇ ਬਾਵਜੂਦ ਵੀ ਇਹ ਕਿਉਂ ਜ਼ਰੂਰੀ ਮਹਿਸੂਸ ਹੁੰਦੀ ਹੈ ਕਿ ਇਹਨੂੰ ਜ਼ਰੂਰ ਕੀਤਾ ਜਾਏ? ਜਿਹੜਾ ਸਮਾਜ ਹੈਗਾ ਉਹ ਟੈਕਨੋਲੋਜੀ ਨੂੰ ਅਪਣਾ ਲੈਂਦਾ ਹੈਗਾ। ਟੈਕਨੋਲੋਜੀ ਨੇ ਆਪਣਾ ਰਸਤਾ ਬਣਾ ਕੇ ਸਮਾਜ ਦੇ ਵਿੱਚ ਫੈਲ ਜਾਣਾ ਹੈਗਾ। ਕੋਈ ਉਹਨੂੰ ਅਪਣਾਉਣਾ ਚਾਹੁੰਦਾ ਹੈ ਤੇ ਭਾਵੇਂ ਨਹੀਂ ਅਪਣਾਉਣਾ ਚਾਹੁੰਦਾ। ਹਾਂਜੀ, ਹੈ ਨਾ, ਜਦੋਂ ਕਾਰਾਂ ਆਈਆਂ ਸੀਗੀਆਂ ਤਾਂ ਉਦੋਂ ਜਿਹੜੇ ਕਾਰਟਸ ਚਲਾਉਂਦੇ ਸੀਗੇ, ਰੇੜੇ ਚਲਾਉਂਦੇ ਸੀ ਜਿਹੜੇ, ਉਹਨਾਂ ਨੇ ਬੜੇ ਵੱਟੇ ਮਾਰੇ ਸੀਗੇ ਕਾਰਾਂ ਵਾਲਿਆਂ ਦੇ। ਅੱਛਾ ਜੀ, ਹੈ ਨਾ। ਬਟ ਹੁਣ ਕਿਤੇ ਕਾਰਟ ਸਟੈਂਡ ਨਹੀਂ ਹੈਗੇ, ਹੁਣ ਨਾ ਕਾਰਾਂ ਹੀ ਹੈਗੀਆਂ ਸਾਰੇ ਪਾਸੇ। ਉਵੇਂ ਹੋਰ ਚੀਜ਼ਾਂ, ਜਿਵੇਂ ਸੋਕਰੇਟੀਜ਼ ਨੇ ਵੀ ਲਿਖਿਆ ਸੀ, ਸੋਕਰੇਟੀਜ਼ ਨੇ ਵੀ ਕਿਹਾ ਕਿ ਆਪਾਂ ਨੂੰ ਲਿਖਣਾ ਨਹੀਂ ਚਾਹੀਦਾ ਹੈਗਾ, ਯਾਦ ਰੱਖਣਾ ਚਾਹੀਦਾ ਹੈਗਾ। ਸੋ ਜਿਹੜੀ ਨਵੀਂ ਟੈਕਨੋਲੋਜੀ ਆਉਂਦੀ ਹੈਗੀ ਹੈ ਉਹ ਸਾਨੂੰ ਥੋੜ੍ਹੀ ਜਿਹੀ ਅਜੀਬ ਲੱਗਦੀ ਹੈ ਸ਼ੁਰੂ ਦੇ ਵਿੱਚ, ਪਰ ਉਹਨੇ ਆਪਣਾ ਰਸਤਾ ਬਣਾ ਲੈਣਾ ਹੈ ਤੇ ਸਭ ਨੇ ਉਹਨੂੰ ਹੀ ਵਰਤਣਾ ਹੈਗਾ। ਸੋ ਜਿਹੜੀਆਂ ਚੀਜ਼ਾਂ, ਕਿਤਾਬਾਂ ਜਿਹੜੀਆਂ ਜਾਂ ਹੋਰ ਜਿੰਨੀ ਵੀ ਨੌਲੇਜ ਹੈਗੀ ਹੈ, ਜੇ ਉਹ ਡਿਜੀਟਲ ਫਾਰਮ 'ਚ ਨਹੀਂ ਹੋਏਗੀ ਤਾਂ ਉਹ ਪੜ੍ਹੀ ਨਹੀਂ ਜਾਏਗੀ, ਕਿਉਂਕਿ ਆਉਣ ਵਾਲੀਆਂ ਜਨਰੇਸ਼ਨਸ ਨੇ ਕਿਤਾਬਾਂ ਫਿਜ਼ੀਕਲ ਰੂਪ ਦੇ ਵਿੱਚ ਨਹੀਂ ਪੜ੍ਹਨੀਆਂ ਹੈਗੀਆਂ, ਉਹਨਾਂ ਨੇ ਡਿਜੀਟਲ ਰੂਪ ਦੇ ਵਿੱਚ ਹੀ ਪੜ੍ਹਨੀਆਂ। ਸੋ ਜੇ ਉਹਨਾਂ ਨੂੰ ਪੰਜਾਬ ਦੀਆਂ ਕਿਤਾਬਾਂ ਨਹੀਂ ਮਿਲਣਗੀਆਂ ਤੇ ਉਹ ਕੋਈ ਹੋਰ ਕਿਤਾਬਾਂ ਪੜ੍ਹ ਲੈਣਗੇ, ਉਹ ਕਿਸੇ ਹੋਰ ਸਬਜੈਕਟ ਉੱਪਰ PhD ਕਰ ਲੈਣਗੇ, ਜਿਹਦਾ ਰਿਸੋਰਸ ਮਟੀਰੀਅਲ ਹੋਏਗਾ ਉਹ ਪੜ੍ਹ ਲੈਣਗੇ, ਕਾਲਜਾਂ ਵਿੱਚ ਉਹ ਪੜ੍ਹਾ ਦਿੱਤਾ ਜਾਏਗਾ। ਸੋ ਨਵੀਂ ਟੈਕਨੋਲੋਜੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈਗਾ। ਹੁਣ ਅਸੀਂ ਹੱਥ ਲਿਖਤ ਗ੍ਰੰਥ ਕੋਈ ਨਹੀਂ ਪੜ੍ਹ ਸਕਦੇ, ਸਾਡੇ ਲਈ ਸੌਖਾ ਨਹੀਂ ਹੈ ਪੜ੍ਹਨਾ। ਸਾਡੀ ਜਿਹੜੀ ਪਿਛਲੀ ਪੀੜ੍ਹੀ ਹੈ, ਸਾਡੇ ਫਾਦਰ ਮਦਰ, ਹੈ ਨਾ, ਉਹ ਵੀ ਕੰਪੈਰੀਟਿਵਲੀ ਔਖਾ ਪੜ੍ਹ ਸਕਦੇ ਆ ਹੱਥ ਲਿਖਤ, ਪਰ ਜਿਹੜੇ ਸਾਡੇ ਗ੍ਰੈਂਡਫਾਦਰਸ ਹੈਗੇ ਆ ਉਹ ਬੜੇ ਆਰਾਮ ਨਾਲ ਪੜ੍ਹ ਲੈਂਦੇ ਆ। ਪੜ੍ਹਦੇ ਹੀ ਉਹ ਹੈ ਕਿਉਂਕਿ ਉਹਨਾਂ ਨੂੰ ਉਹ ਸੌਖਾ ਲੱਗਦਾ ਪੜ੍ਹਨਾ, ਉਹਨਾਂ ਦੀ ਉਹ ਟ੍ਰੇਨਿੰਗ ਹੈਗੀ ਹੈ। ਆਉਣ ਵਾਲੀਆਂ ਜਨਰੇਸ਼ਨ ਦੀ ਜਿਹੜੀ ਟ੍ਰੇਨਿੰਗ ਹੈਗੀ ਹੈ ਉਹ ਹੋਣੀ ਡਿਜੀਟਲ ਦੇ ਵਿੱਚ ਹੈ। ਬਿਲਕੁਲ ਠੀਕ ਹੈ, ਕਿਉਂਕਿ ਜਦੋਂ ਪਹਿਲਾਂ ਲੋਕ ਯਾਦ ਰੱਖਦੇ ਸੀ, ਉਹਨਾਂ ਵਾਸਤੇ ਉਹ ਨਵੀਂ ਚੀਜ਼ ਸੀ। ਜਦੋਂ ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਆਉਣ ਲੱਗ ਪਿਆ, ਉਦੋਂ ਨਵੀਂ ਚੀਜ਼ ਸੀ। ਉਹ ਵੀ ਉਸ ਵਕਤ ਦੀ ਡਿਜੀਟਲ ਇਕੋਨਮੀ ਸੀ, ਡਿਜੀਟਲ ਟੈਕਨੀਕ, ਨਵੀਂ ਟੈਕਨੋਲੋਜੀ ਸੀਗੀ ਉਦੋਂ। ਯੈਸ, ਔਰ ਅੱਜ ਵੀ ਜੋ ਚੀਜ਼ ਨਵੀਂ ਆਏਗੀ ਉਹ ਪੁਰਾਣੀ ਪੀੜ੍ਹੀ ਵਾਸਤੇ ਥੋੜੀ ਮੁਸ਼ਕਿਲ ਹੋਏਗੀ। ਹਾਂਜੀ। ਸੋ ਇਹਦੇ ਡਿਜੀਟਲ ਹੋਣ ਦੇ ਬੈਨੀਫਿਟ ਕੀ ਨੇ? ਕਿਉਂਕਿ ਕਿਤਾਬਾਂ ਤਾਂ ਕਿਤਾਬਾਂ ਨੇ, ਭਾਵੇਂ ਪ੍ਰਿੰਟਿੰਗ ਦੇ ਰੂਪ ਦੇ ਵਿੱਚ ਹੋਣ, ਉਹਦੇ ਵਿੱਚ ਜਿਹੜੀਆਂ ਤਸਵੀਰਾਂ ਹੁੰਦੀਆਂ ਨੇ, ਕੈਮਰਾ ਵੀ ਆਪਣਾ ਕੰਮ ਕਰ ਰਿਹਾ, ਠੀਕ ਹੈ, ਦੋਵਾਂ ਦਾ ਕੰਬੀਨੇਸ਼ਨ, ਦੋਵਾਂ ਨੂੰ ਤਾਲਮੇਲ ਦੋਵਾਂ ਦਾ ਚੱਲਦਾ ਪਿਆ। ਪਰ ਇਹਦਾ ਫਾਇਦਾ ਕੀ ਹੈ ਜੇ ਅਸੀਂ ਕਿਤਾਬਾਂ ਦੀ ਜਗ੍ਹਾ ਡਿਜੀਟਲ ਪੜ੍ਹਨ ਲੱਗ ਪਈਏ? ਕਿਉਂਕਿ ਕੰਟੈਂਟ ਤੇ ਉਹੀ ਹੋਇਆ ਹੈ ਨਾ, ਸਾਰਾ ਮਟੀਰੀਅਲ ਤੇ ਉਹੀ ਹੋਇਆ ਹੈ, ਲਿਖਿਆ ਹੋਇਆ ਵੀ ਉਹੀ ਕੁਝ ਹੈ। ਜੇ ਅਸੀਂ ਕਿਸੇ ਪੁਸਤਕ ਨੂੰ ਪੇਪਰ ਦੇ ਉੱਤੇ ਪੜ੍ਹਨ ਦੀ ਬਜਾਏ ਡਿਜੀਟਲੀ ਪੜ੍ਹਾਂਗੇ ਤੇ ਗੱਲ ਤਾਂ ਉਹੀ ਹੋ ਰਹਿਣੀ ਹੈ। ਫਰਕ ਕੀ ਹੈ? ਬੈਨੀਫਿਟ ਕੀ ਬਣਿਆ? ਬੈਨੀਫਿਟਸ ਬੜੇ ਹੈਗੇ ਆ ਨਾ, ਆਪਾਂ ਡਿਸਕਸ ਕਰਾਂਗੇ ਉਹਨਾਂ ਨੂੰ, ਪਰ ਹਮੇਸ਼ਾ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਕੋਈ ਬੈਨੀਫਿਟ ਹੋਏ ਤੇ ਤਾਂ ਹੀ ਉਹ ਕਰਨਾ ਹੈਗਾ, ਹੈ ਨਾ। ਬੈਨੀਫਿਟ, ਸਭ ਤੋਂ ਜ਼ਰੂਰੀ ਬੈਨੀਫਿਟ ਤਾਂ ਇਹ ਹੈਗਾ ਕਿ ਨਵੀਂ ਟੈਕਨੋਲੋਜੀ ਦੇ ਵਿੱਚ ਸਾਡੀ ਨੌਲੇਜ ਹੋਣੀ ਚਾਹੀਦੀ ਹੈ। ਇਹ ਫਾਇਦਾ ਹੈ, ਇਹ ਜ਼ਰੂਰੀ ਹੈ, ਇਹ ਨੈਸੈਸਿਟੀ ਹੈਗੀ ਹੈ। ਅੱਛਾ ਜੀ। ਜੇ ਨਹੀਂ ਹੋਏਗੀ ਤਾਂ ਵੀ ਅੱਜ ਤੋਂ 100 ਸਾਲ ਬਾਅਦ ਕਿਸੇ ਨੂੰ ਪਤਾ ਹੀ ਨਹੀਂ ਪੰਜਾਬੀ ਕੌਣ ਹੁੰਦੇ ਸੀਗੇ। ਕਿਸੇ ਕੌਮ ਨੂੰ, ਕਿਸੇ ਕਮਿਊਨਿਟੀ ਨੂੰ, ਕਿਸੇ ਖਿੱਤੇ ਨੂੰ ਜੇ ਮਿਟਾਉਣਾ ਹੈਗਾ ਤਾਂ ਉਹਨਾਂ ਦੀਆਂ ਪੁਰਾਣੀਆਂ ਕਿਤਾਬਾਂ ਡਿਸਟਰੋਏ ਕਰ ਦਿਓ, ਨਵੀਆਂ ਕਿਤਾਬਾਂ ਦੇ ਦਿਓ ਪੜ੍ਹਨ ਨੂੰ ਉਹਨਾਂ ਨੂੰ। ਵੈਰੀ ਸੂਨ ਦੇ ਵਿਲ ਫੋਰਗੇਟ ਹੂ ਦੇ ਆਰ, ਹੂ ਦੇ ਵਰ। ਮਤਲਬ ਮੈਂ ਤੁਹਾਡੀ ਗੱਲ ਇੱਦਾਂ ਸਮਝ ਰਿਹਾ ਕਿ ਜਿਹੜੀ ਨਵੀਂ ਟੈਕਨੋਲੋਜੀ ਆਈ ਹੈ ਉਹਦੇ ਮੁਤਾਬਿਕ ਸਾਨੂੰ ਆਪਣੇ ਆਪ ਨੂੰ ਢਾਲਣਾ ਚਾਹੀਦਾ ਹੈ ਜੇ ਅਸੀਂ ਅੱਗੇ ਲੰਮੇ ਸਮੇਂ ਤੱਕ ਚੱਲਣਾ ਚਾਹੁੰਦੇ ਹਾਂ। ਹਾਂਜੀ, ਸਾਡਾ ਕਲਚਰ, ਸਾਡੀ ਨੌਲੇਜ, ਸਾਡਾ ਵਿਜ਼ਡਮ ਨਵੀਂ ਟੈਕਨੋਲੋਜੀ ਦੇ ਵਿੱਚ ਅਵੇਲੇਬਲ ਹੋਣਾ ਚਾਹੀਦਾ ਹੈਗਾ, ਤਾਂ ਹੀ ਅਗਲੀ ਪੀੜ੍ਹੀ ਤੱਕ ਪਹੁੰਚੂਗਾ। ਨਹੀਂ ਤਾਂ ਜੇ ਇਹ ਸਭ ਸਮਾਪਤ ਹੋ ਗਿਆ ਤਾਂ ਸਾਡੀ ਪੀੜ੍ਹੀ ਦੀਆਂ ਜੜ੍ਹਾਂ ਖਤਮ ਹੋ ਜਾਣਗੀਆਂ, ਨਹੀਂ ਤਾਂ ਕੁਝ ਹੋਰ ਹੀ ਪੜ੍ਹ ਲੈਣਗੇ ਉਹ।
ਸਾਡੀ ਪਛਾਣ ਖਤਮ ਹੋ ਜਾਣੀ ਹੈ ਨਾ। ਇਹ ਵੱਡਾ ਬੈਨੀਫਿਟ ਹੈਗਾ ਜੀ, ਜਿਹੜਾ ਜ਼ਰੂਰੀ ਹੈਗਾ। ਹੋਰ ਜਿਹੜੇ ਬੈਨੀਫਿਟਸ ਆਪਾਂ ਬੜੇ ਸਾਰੇ ਗਿਣ ਲੈਂਦੇ ਹੈਗੇ ਆ ਕਿ ਡਿਜੀਟਲ ਲਾਇਬ੍ਰੇਰੀ 24 ਘੰਟੇ ਅਵੇਲੇਬਲ ਹੈਗੀ ਆ। ਹਾਂ, ਜਿਹੜੀ ਫਿਜ਼ੀਕਲ ਲਾਇਬ੍ਰੇਰੀ ਹੈਗੀ ਆ ਉਹ ਸਵੇਰੇ 9 ਵਜੇ ਖੁੱਲ੍ਹੇਗੀ, 5 ਵਜੇ ਬੰਦ ਹੋ ਜਾਏਗੀ। ਹਾਂਜੀ। ਤੇ ਜੇ ਉਹ 9 ਤੋਂ 5 ਦੇ ਵਿੱਚ ਤੁਹਾਡਾ ਮੂਡ ਹੀ ਨਹੀਂ ਬਣਿਆ ਪੜ੍ਹਨ ਦਾ ਤੇ ਤੁਸੀਂ ਨਹੀਂ ਪੜ੍ਹ ਸਕੋਗੇ। ਡਿਜੀਟਲ ਲਾਇਬ੍ਰੇਰੀ ਵਿੱਚ ਤੁਹਾਡਾ ਜੇ ਰਾਤੀ 11 ਵਜੇ ਮੂਡ ਦਿਲ ਕਰ ਆਇਆ ਕੋਈ ਚੀਜ਼ ਪੜ੍ਹਨ ਦਾ ਤੇ ਤੁਸੀਂ ਉਹਨੂੰ ਪੜ੍ਹ ਸਕਦੇ ਹੈਗੇ ਹੋ, ਹੈ ਨਾ। ਇਟਸ 24 ਆਵਰਸ ਅਵੇਲੇਬਲ, ਹੈ ਨਾ। ਡਿਜੀਟਲ ਲਾਇਬ੍ਰੇਰੀ ਦੇ ਵਿੱਚ ਜਿਹੜਾ ਜੋ ਵੀ ਮਸ਼ੀਨਰੀ ਤੁਹਾਨੂੰ ਪ੍ਰੋਵਾਈਡ ਕਰ ਰਹੀ ਹੈ ਬੁੱਕਸ, ਉਹਨੂੰ ਗੁੱਸਾ ਨਹੀਂ ਆਉਂਦਾ ਕਦੀ ਵੀ। ਔਰ ਦੂਜੀ ਗੱਲ ਇਹ ਹੈ ਕਿ ਤੁਸੀਂ ਇੱਕ ਵਾਰੀ ਮਤਲਬ ਲਾਇਬ੍ਰੇਰੀ ਗਏ, ਉੱਥੋਂ ਕੋਈ ਕਿਤਾਬ ਇਸ਼ੂ ਕਰਵਾ ਲਈ ਆਪਣੇ ਨਾਂ ਦੇ ਉੱਤੇ, ਔਰ ਦੂਜਾ ਬੰਦਾ ਵੀ ਉੱਦਾਂ ਦੀ ਹੀ ਕਿਤਾਬ ਪੜ੍ਹਨਾ ਚਾਹੁੰਦਾ, ਉਹੀ ਕਿਤਾਬ ਪੜ੍ਹਨਾ ਚਾਹੁੰਦਾ। ਜੇ ਉਹਦੀਆਂ 2-3 ਕਾਪੀਆਂ ਹੈਗੀਆਂ ਫਿਰ ਤਾਂ ਠੀਕ ਹੈ, ਜੇ ਨਹੀਂ ਹੈਗੀਆਂ ਤਾਂ ਉਹ ਵੇਟ ਕਰੇਗਾ ਕਦੋਂ ਵਾਪਸ ਕਰੇ, ਕਦੋਂ ਮੈਂ ਪੜ੍ਹਾਂ। ਬਿਲਕੁਲ, ਉਦੋਂ ਤੱਕ ਉਹ ਬੈਠਾ ਰਹੇਗਾ, ਉਹਨੂੰ 2 ਮਹੀਨੇ ਵੀ ਲੱਗ ਸਕਦੇ। ਡਿਜੀਟਲ ਲਾਇਬ੍ਰੇਰੀ ਪੂਰੀ ਦੁਨੀਆ ਦੇ ਵਿੱਚ ਅਵੇਲੇਬਲ ਹੈ 24 ਘੰਟੇ। ਤੁਸੀਂ ਜਿੱਥੇ ਮਰਜ਼ੀ ਹੈਗੇ ਹੋ, ਲੱਖੋਂ ਲੋਕ ਭਾਵੇਂ ਪੜ੍ਹ ਰਹੇ ਆ ਸੇਮ ਕਿਤਾਬ ਨੂੰ, ਤਾਂ ਵੀ ਉਹ ਇਨਕਾਰ ਨਹੀਂ ਕਰੇਗੀ। ਜਿੰਨੀ ਵਾਰੀ ਮਰਜ਼ੀ ਇਸ਼ੂ ਕਰਵਾਓ, ਜਿੰਨੀ ਵਾਰੀ ਮਰਜ਼ੀ ਖੋਲੋ, ਜਿੰਨੀ ਵਾਰੀ ਮਰਜ਼ੀ ਪੜ੍ਹੋ, ਕਿਸੇ ਨੂੰ ਕੋਈ ਗੁੱਸਾ ਨਹੀਂ ਆਏਗਾ। ਮਤਲਬ ਇੱਕ ਕਿਤਾਬ ਦੀ ਪਹੁੰਚ ਬਹੁਤ ਦੂਰ ਤੱਕ ਚਲੀ ਗਈ। ਹਾਂਜੀ। ਔਰ ਨਾਲ ਦੀ ਨਾਲ ਬਾਕੀ ਮੁਲਕਾਂ ਦੇ ਲੋਕ ਵੀ ਸਾਡੇ ਪੰਜਾਬ ਦਾ ਸਾਹਿਤ ਕੀ ਹੈ, ਸਾਡੇ ਪੰਜਾਬ ਦੀ ਸੋਚ ਕੀ ਹੈ, ਉਹ ਬਾਕੀ ਥਾਵਾਂ ਤੇ ਵੀ ਪਹੁੰਚਣੀ ਸ਼ੁਰੂ ਹੋ ਗਈ। ਬਿਲਕੁਲ, ਠੀਕ ਹੈ। ਜਿੱਥੇ ਉਹ ਵਰਲਡ ਓਵਰ ਜਿੱਥੇ ਸਾਊਥ ਏਸ਼ੀਅਨ ਸਟੱਡੀਜ਼ ਹੁੰਦੀਆਂ ਹੈਗੀਆਂ, ਉਹਨਾਂ ਲਈ ਬੜਾ ਆਸਾਨ ਹੋ ਗਿਆ। ਪਹਿਲੇ ਬੱਚਿਆਂ ਨੂੰ ਆਉਣਾ ਪੈਂਦਾ ਸੀਗਾ, ਜੇ ਪੰਜਾਬ ਬਾਰੇ ਪੜ੍ਹ ਰਹੇ ਆ ਉਹ ਤਾਂ ਉਹਨਾਂ ਨੂੰ ਪੰਜਾਬ ਆਉਣਾ ਪੈਂਦਾ ਸੀਗਾ, ਆ ਕੇ ਇੱਥੇ ਲਾਇਬ੍ਰੇਰੀਜ਼ ਵਿੱਚ ਜਾ ਕੇ ਕਿਤਾਬਾਂ ਲੈਣੀਆਂ ਪੈਂਦੀਆਂ ਸੀਗੀਆਂ, ਕਿਸੇ ਨੂੰ ਮਿਲਦੀ ਸੀ, ਕਿਸੇ ਨੂੰ ਨਹੀਂ ਮਿਲਦੀ ਸੀਗੀ। ਹੁਣ ਉਹਨਾਂ ਨੂੰ ਆਪਣੇ ਘਰ ਬੈਠ ਕੇ ਹੀ ਮਿਲ ਰਹੀ ਹੈ। ਸੋ ਦੇ ਆਰ ਸੇਵਿੰਗ ਅ ਲੋਟ ਆਫ ਟਾਈਮ, ਹੈ ਨਾ। ਫਿਰ ਅਗਲਾ ਇੱਕ ਬਹੁਤ ਵੱਡਾ ਬੈਨੀਫਿਟ ਹੈ ਟੈਕਨੋਲੋਜੀ ਦਾ, ਜਿਹੜਾ ਜਦੋਂ ਅਸੀਂ ਚੀਜ਼ਾਂ ਨੂੰ ਸਰਚੇਬਲ ਕਰ ਦਿੰਦੇ ਹਾਂ। ਸੋ ਡਾਕੂਮੈਂਟਸ, ਐਗਜ਼ਾਮਪਲ ਦੇ ਰਿਹਾ ਤੁਹਾਨੂੰ ਮੈਂ, ਜਿਵੇਂ ਇੰਗਲਿਸ਼ ਟ੍ਰਿਬਿਊਨ ਹੈ ਹੁਣ, ਹਾਂਜੀ, ਹੈ ਨਾ। 100 ਸਾਲ ਦੀ ਇੰਗਲਿਸ਼ ਟ੍ਰਿਬਿਊਨ ਡਿਜੀਟਾਈਜ਼ ਹੋ ਗਈ। ਅਸੀਂ ਜਲੰਧਰ 'ਚ ਬੈਠੇ ਹੈਗੇ ਹਾਂ। ਤੁਸੀਂ 100 ਸਾਲ ਦੀ ਇੰਗਲਿਸ਼ ਟ੍ਰਿਬਿਊਨ ਦੇ ਵਿੱਚ, 125 ਸਾਲ ਦੀ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਤੁਸੀਂ ਲੱਭਣਾ ਹੈ ਕਿ ਜਲੰਧਰ ਕਿੰਨੀ ਵਾਰੀ ਆਇਆ। 15 ਮਿੰਟ ਵਿੱਚ ਤੁਸੀਂ ਵਿਹਲੇ ਹੋ ਜਾਂਦੇ ਹੈਗੇ ਹੋ। ਤੁਸੀਂ ਜਲੰਧਰ 100 ਸਾਲ ਦੀ ਟ੍ਰਿਬਿਊਨ ਦੇ ਵਿੱਚ, 150 ਸਾਲ ਦੀ ਟ੍ਰਿਬਿਊਨ ਦੇ ਵਿੱਚ ਲੱਭ ਕੇ ਕਿ ਕਿਹੜੇ ਦਿਨ, ਕਿਹੜੀ ਖਬਰ, ਕਿਹੜੇ ਕਾਲਮ, ਕਿੱਥੇ ਜਲੰਧਰ ਆਇਆ, ਤੁਹਾਡੇ ਕੋਲ ਰਿਜ਼ਲਟਸ ਵਿਦਿਨ 15 ਮਿੰਟਸ ਬਹੁਤ ਜ਼ਿਆਦਾ ਬੋਲ ਰਿਹਾ ਮੈਂ, ਵਿਦਿਨ ਅ ਮਿੰਟ ਆ ਜਾਂਦੇ ਹੈਗੇ ਆ। ਤੇ ਤੁਸੀਂ ਸ਼ਾਮ ਤੱਕ ਉਹ ਸਾਰੀਆਂ ਅਖਬਾਰਾਂ, ਜਿੰਨੀਆਂ 1000 ਅਖਬਾਰਾਂ ਵੀ ਹੈਗੀਆਂ, ਤਾਂ ਤੁਸੀਂ ਉਹਨਾਂ ਨੂੰ ਦੇਖ ਕੇ ਵਿਹਲੇ ਹੋ ਸਕਦੇ ਹੈਗੇ ਹੋ ਤੇ ਆਪਣੀ ਰਿਸਰਚ ਲਿਖਣੀ, ਆਪਣਾ ਥੀਸਿਸ ਲਿਖਣਾ ਸ਼ੁਰੂ ਕਰ ਸਕਦੇ ਹੋ। ਮਤਲਬ ਇਹ ਹੈ ਕਿ ਜੇ ਮੰਨ ਲਓ ਕਿ 100 ਸਾਲ ਤੋਂ ਅਖਬਾਰਾਂ ਛਪਦੀਆਂ ਪਈਆਂ ਨੇ, ਤਾਂ ਰੋਜ਼ ਦੀ ਕੋਈ ਤੇ 365 ਤਾਂ ਸਾਲ ਦੀਆਂ ਹੀ ਹੋ ਗਈਆਂ। 100 ਸਾਲ ਦੀਆਂ ਤੇ ਕਿੱਥੇ ਪਹੁੰਚ ਗਈਆਂ, ਤੇ ਉਹ ਸਾਰੀਆਂ ਤੁਸੀਂ ਕਿੱਥੋਂ ਲੱਭਣ ਜਾਓਗੇ? ਤੇ ਤੁਸੀਂ 15 ਮਿੰਟ ਦੇ ਅੰਦਰ ਇਹ ਲੱਭ ਲਓਗੇ ਕਿ ਉਹ 100 ਸਾਲ ਦੀਆਂ ਅਖਬਾਰਾਂ ਦੇ ਵਿੱਚ ਜਲੰਧਰ ਦੀ ਨਿਊਜ਼ ਕਦੋਂ ਆਈ ਸੀ ਤੇ ਕਿੱਥੇ ਛਪੀ ਸੀ ਤੇ ਕਿਸ ਬਾਰੇ ਛਪੀ। ਬਿਲਕੁਲ, ਅਦਰਵਾਈਜ਼ ਕੋਈ ਵੀ ਇੱਕ ਇੰਡੀਵਿਜੂਅਲ 100 ਸਾਲ ਦੀਆਂ ਅਖਬਾਰਾਂ ਵਿੱਚੋਂ ਜਲੰਧਰ 100 ਸਾਲਾਂ ਵਿੱਚ ਵੀ ਨਹੀਂ ਲੱਭ ਸਕਦਾ। ਪੂਰੀ ਜ਼ਿੰਦਗੀ ਲੱਗ ਜਾਣੀ ਹੈ ਨਾ। ਤੇ ਉਹਨੂੰ ਓਨੀ ਦੇਰ ਨੂੰ ਉਹਨੂੰ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਲੱਗ ਜਾਣਗੀਆਂ, ਬਿਕੋਜ਼ ਪੁਰਾਣੀਆਂ ਅਖਬਾਰਾਂ ਦੇਖਣੀਆਂ ਕਿਹੜਾ ਸੌਖਾ ਕੰਮ ਹੈ। ਹਾਂਜੀ। ਸੋ ਇੱਕ ਵਰਡ ਪੜ੍ਹਨਾ ਪਏਗਾ ਨਾ, ਤਾਂ ਜਲੰਧਰ ਲੱਭੇਗਾ। ਸੋ ਜਿਹੜਾ ਕੰਮ 100 ਸਾਲ 'ਚ ਹੋਣਾ ਸੀਗਾ, ਉਹ ਕੰਮ ਵਿਦਿਨ 15 ਮਿੰਟਸ ਹੋ ਗਿਆ। ਸੋ ਤੁਹਾਡੇ ਕੋਲ ਤੁਹਾਡਾ ਕਿੰਨਾ ਟਾਈਮ ਬਚ ਗਿਆ, ਪ੍ਰੈਸ਼ੀਅਸ ਟਾਈਮ, ਜਿਹੜਾ ਤੁਸੀਂ ਮਾਈਂਡ ਅਪਲਾਈ ਕਰ ਸਕਦੇ ਹੈਗੇ ਹੋ ਆਪਣਾ ਥੀਸਿਸ ਲਿਖਣ ਵਾਸਤੇ, ਆਪਣਾ ਆਰਟੀਕਲ ਲਿਖਣ ਵਾਸਤੇ, ਆਪਣੀ ਰਿਸਰਚ ਪੂਰੀ ਕਰਨ ਵਾਸਤੇ। ਅਦਰਵਾਈਜ਼ ਸਾਡੇ ਸਕਾਲਰਸ ਦਾ ਤੇ ਕਿੰਨਾ ਸਾਰਾ ਟਾਈਮ ਲਾਇਬ੍ਰੇਰੀਆਂ ਤੱਕ ਪਹੁੰਚਣ ਵਿੱਚ, ਲਾਇਬ੍ਰੇਰੀਆਂ ਤੋਂ ਵਾਪਸ ਆਉਣ ਵਿੱਚ, ਰਸਤੇ ਦੇ ਵਿੱਚ ਖੱਜਲ ਖੁਆਰੀ, ਐਕਸੀਡੈਂਟਸ, ਹੈ ਨਾ, ਉਹ ਕਿੰਨਾ ਟਾਈਮ ਤਾਂ ਉੱਥੇ ਹੀ ਲੰਘ ਜਾਂਦਾ ਸੀਗਾ। ਔਰ ਇੱਕ ਚੀਜ਼ ਇਹ ਵੀ ਹੈ ਕਿ ਦਰਖਤ ਬਚ ਗਏ। ਹਾਂਜੀ, ਨਹੀਂ ਤਾਂ ਆਪਾਂ ਦਰਖਤਾਂ ਨੂੰ ਕੱਟਦੇ ਆ ਨਾ ਪੇਪਰ ਬਣਾਉਣ ਵਾਸਤੇ। ਵੈਰੀ ਟਰੂ, ਹੈ ਨਾ। ਪਰਿਆਵਰਣ ਨੂੰ ਫਾਇਦਾ ਹੋਇਆ ਕਿ ਸਾਰਾ ਕੁਝ ਡਿਜੀਟਾਈਜ਼ ਹੋ ਗਿਆ। ਬਿਲਕੁਲ। ਸੋ ਉਵੇਂ ਅਣਗਿਣਤ ਫਾਇਦੇ ਹੈਗੇ ਆ, ਅਣਗਿਣਤ ਫਾਇਦੇ ਨੇ। ਅੱਛਾ, ਇੱਕ ਚੀਜ਼ ਹੈ, ਹੁਣ ਜੇ ਅਣਗਿਣਤ ਫਾਇਦੇ ਨੇ ਤੇ ਨੁਕਸਾਨ ਵੀ ਹੋਏਗਾ। ਡਿਜੀਟਲ ਵਰਲਡ ਹੈ ਨਾ। ਆਪਾਂ ਗੱਲ ਕਰਦੇ ਜਿੱਦਾਂ ਮੈਂ ਪ੍ਰੋਗਰਾਮ ਸ਼ੁਰੂ ਕੀਤਾ, ਮੇਰੇ ਗਲੇ 'ਚ ਹਲਕੀ ਜਿਹੀ ਖਰਾਸ਼ ਹੋਈ, ਤੁਹਾਡੇ ਗਲੇ 'ਚ ਵੀ ਖਰਾਸ਼ ਹੋਈ ਹੈ ਹੁਣ ਹਲਕੀ ਜਿਹੀ। ਇਹ ਖਰਾਸ਼ ਮਤਲਬ ਵਾਇਰਸ ਹੈ, ਮੰਨ ਲਓ ਵਾਇਰਸ ਇਹਨੂੰ ਕਹਿੰਦੇ ਨੇ ਆਪਾਂ। ਇਹਦੇ ਵਿੱਚ ਵੀ ਵਾਇਰਸ ਆ ਸਕਦਾ, ਕਿਉਂਕਿ ਅਸੀਂ ਦੇਖਦੇ ਹਾਂ ਮੋਬਾਈਲ 'ਚ ਵਾਇਰਸ ਆ ਗਿਆ, ਕੰਪਿਊਟਰ 'ਚ ਵਾਇਰਸ ਆ ਗਿਆ, ਕ੍ਰੈਸ਼ ਹੋ ਗਈ ਹਾਰਡ ਡਿਸਕ, ਬਹੁਤ ਕੁਝ ਇੱਦਾਂ ਦਾ ਹੁੰਦਾ ਹੈ। ਹੁਣ ਜਿੱਦਾਂ ਇਹ ਖਾਂਸੀ ਹੈ ਤੇ ਇਹ ਵਾਇਰਸ ਹੈ, ਇਹਦੇ ਵਿੱਚ ਵੀ ਵਾਇਰਸ ਆ ਗਿਆ, ਡਾਟਾ ਲਾਸ ਹੋ ਗਿਆ, ਸਭ ਕੁਝ। ਫਿਰ ਕੀ ਕਰਾਂਗੇ? ਉਹਦੇ ਲਈ ਪ੍ਰੀਕਾਸ਼ਨਸ ਲੈਣੇ ਪੈਂਦੇ ਹੈਗੇ ਆ। ਡਿਜੀਟਲ ਡੇਟਾ ਇਜ਼ ਲਾਈਕ ਅ ਫਲੇਮ, ਹੈ ਨਾ। ਉਹ ਇੱਕ ਲੋ ਵਾਂਗਣ ਹੈਗਾ, ਜਾਂ ਹੈ ਮੋਮਬੱਤੀ ਜਲ ਰਹੀ ਹੈ ਜਾਂ ਨਹੀਂ ਜਲ ਰਹੀ, ਹੈ ਨਾ।
ਸੋ ਡਿਜੀਟਲ ਡਾਟਾ ਇਜ਼ ਲਾਈਕ ਅ ਫਲੇਮ, ਤੇ ਉਹਨੂੰ ਸਾਂਭਣਾ ਇੱਕ ਓਰੀਜਨਲ ਕਿਤਾਬ ਨੂੰ ਸਾਂਭਣ ਨਾਲੋਂ ਬਹੁਤ ਜ਼ਿਆਦਾ ਔਖਾ ਹੈਗਾ ਜੀ। ਉਹਦੇ ਲਈ ਬਹੁਤ ਜ਼ਿਆਦਾ ਜਹਿਦ ਹੈਗੀ ਆ, ਤੇ ਉਹ ਸਾਰੇ ਪ੍ਰੀਕਾਸ਼ਨਸ ਲੈਣੇ ਪੈਂਦੇ ਹੈਗੇ ਆ। ਸੋ ਜਿਹੜੇ ਅਸੀਂ ਪ੍ਰੀਕਾਸ਼ਨਸ ਲੈਂਦੇ ਹੈਗੇ ਆ, ਡੇਟਾ ਮਲਟੀਪਲ ਜਗ੍ਹਾ ਤੇ ਸਟੋਰ ਹੁੰਦਾ ਹੈ ਇਨ ਮਲਟੀਪਲ ਫਾਰਮੈਟਸ, ਵੱਖਰੀਆਂ ਲੋਕੇਸ਼ਨਸ ਜਿਹੜੀਆਂ ਕਈ ਹਜ਼ਾਰ ਮੀਲ ਵਕਫੇ ਤੇ ਹੈਗੀਆਂ ਇੱਕ ਦੂਸਰੇ ਤੋਂ। ਸੋ ਜੇ ਕੋਈ ਐਟੋਮਿਕ ਵਾਰ ਵੀ ਹੋ ਜਾਏ ਤਾਂ ਕਿਤੇ ਨਾ ਕਿਤੇ ਦੁਨੀਆ ਦੇ ਵਿੱਚ ਇੱਕ ਕਾਪੀ ਬਚ ਜਾਏਗੀ, ਉਹਦੀ ਉਮੀਦ ਹੈਗੀ ਹੈ। ਫਿਰ ਡਿਜੀਟਲ ਡੇਟਾ ਨੂੰ ਅਸੀਂ ਆਨਲਾਈਨ ਨਹੀਂ ਕਰਦੇ ਹੈਗੇ ਸਾਰੇ ਡਿਜੀਟਲ ਡੇਟਾ ਨੂੰ, ਉਹਦਾ ਕੁਝ ਹਿੱਸਾ ਸਿਰਫ ਆਨਲਾਈਨ ਹੁੰਦਾ ਹੈ, ਉਹਦੀ ਇੱਕ ਕਾਪੀ ਆਨਲਾਈਨ ਹੁੰਦੀ ਹੈਗੀ ਹੈ। ਮੈਜੋਰਿਟੀ ਆਫ ਦਾ ਫਾਈਲਸ ਰਿਮੇਨ ਆਫਲਾਈਨ। ਆਫਲਾਈਨ ਦੇ ਵਿੱਚ ਸਿਕਿਉਰਿਟੀ ਜ਼ਿਆਦਾ ਹੁੰਦੀ ਹੈ, ਤੇ ਜਿੰਨੇ ਵੀ ਅਟੈਕਸ ਹੋਣਗੇ ਉਹ ਆਨਲਾਈਨ ਦੇ ਵਿੱਚ ਹੋਣਗੇ, ਤੇ ਜਿੰਨਾ ਵੀ ਆਨਲਾਈਨ ਡੇਟਾ ਹੈ ਉਹਦੇ ਵੀ ਮਲਟੀਪਲ ਬੈਕਅਪਸ ਹੁੰਦੇ ਆ। ਫਿਰ ਸੋ ਉਵੇਂ ਹਰ ਇੱਕ ਚੀਜ਼ ਨੂੰ ਪ੍ਰੀਕਾਸ਼ਨ ਲੈਣਾ ਪੈਂਦਾ। ਜਿਵੇਂ ਓਰੀਜਨਲ ਜਿਹੜੀਆਂ ਸਾਡੀਆਂ ਮੈਨੂਸਕ੍ਰਿਪਟਸ ਹੈ, ਗ੍ਰੰਥ ਹੈਗੇ ਆ, ਉਹਨਾਂ ਨੂੰ ਵੀ ਟਰਮਾਈਟ ਲੱਗ ਜਾਂਦਾ ਹੈ, ਉਹਨਾਂ ਨੂੰ ਵੀ ਬੋਰਰ ਕੀੜਾ ਲੱਗ ਜਾਂਦਾ ਹੈਗਾ, ਹੈ ਨਾ, ਬਚਾ ਕੇ ਰੱਖਣਾ ਪੈਂਦਾ ਹੈ। ਹੁਣ ਫਰਕ ਇਹ ਹੋ ਗਿਆ ਕਿ ਪਹਿਲੇ ਇੱਕ ਕਿਤਾਬ ਦੀਆਂ 100 ਕਾਪੀਜ਼ ਸੀਗੀਆਂ ਜਿਹੜੀਆਂ 100 ਲਾਇਬ੍ਰੇਰੀਜ਼ ਵਿੱਚ ਪਈਆਂ ਸੀਗੀਆਂ। ਹਾਂਜੀ। ਸੋ ਸਾਨੂੰ 100 ਜਗ੍ਹਾ ਤੇ ਇਨਵੈਸਟ ਕਰਨਾ ਪੈਂਦਾ ਹੈ 100 ਕਾਪੀਆਂ ਨੂੰ ਬਚਾਉਣ ਵਾਸਤੇ, 100 ਲਾਇਬ੍ਰੇਰੀਜ਼ ਨੂੰ ਬਚਾਉਣ ਵਾਸਤੇ। ਨਾਓ ਵੀ ਨੀਡ ਟੂ ਇਨਵੈਸਟ ਇੱਕੋ ਜਗ੍ਹਾ ਦੇ ਉੱਪਰ ਕਿ ਅਸੀਂ ਜਿਹੜਾ ਹੁਣ ਸਾਰੀਆਂ ਜਗ੍ਹਾ ਤੋਂ ਡਿਜੀਟਲ ਡੇਟਾ ਇਕੱਠਾ ਹੋ ਗਿਆ ਉਹਨੂੰ ਬਚਾਉਣਾ ਹੈਗਾ। ਸੋ ਜਿਹੜੀ ਕਨਸੈਂਟਰੇਸ਼ਨ ਹੈਗੀ ਹੈ ਉਹ ਇੱਕ ਜਗ੍ਹਾ ਤੇ ਹੈਗੀ ਆ ਹੁਣ। ਮਤਲਬ ਇਹਦੇ ਹੱਲ ਹੈਗੇ ਨੇ, ਆਪਣੇ ਕੋਲ ਹੱਲ ਹੈਗੇ ਆ ਸਾਰੇ। ਤਾਂ ਇੱਕ ਹੁੰਦਾ ਕਿ ਟੈਕਨੋਲੋਜੀ ਚੇਂਜ ਵੀ ਹੋਈ ਹੈ, ਤੇ ਇੱਕ ਟੈਕਨੋਲੋਜੀ ਤੋਂ ਦੂਸਰੀ ਟੈਕਨੋਲੋਜੀ ਦੇ ਵਿੱਚ ਸ਼ਿਫਟ ਕਰਨਾ, ਕਿਉਂਕਿ ਜਦੋਂ ਦਾ ਕੰਪਿਊਟਰ ਆਇਆ ਸੀਗਾ, ਪਹਿਲਾਂ ਡੌਸ ਆਪਾਂ ਕਰਦੇ ਹੁੰਦੇ ਸੀ, ਫਿਰ ਵਿੰਡੋਜ਼ ਆ ਗਈਆਂ, ਹੁਣ ਵਿੰਡੋਜ਼ ਦੇ ਵੀ ਕਈ ਵਰਜ਼ਨ ਨੇ। ਠੀਕ ਉਸੇ ਤਰ੍ਹਾਂ ਟੈਕਨੋਲੋਜੀ ਚੇਂਜ ਹੁੰਦੀ ਹੈ ਨਾ। ਪਹਿਲਾਂ ਫਲॉपी ਸੀ, ਫਿਰ ਡਿਸਕ ਆ ਗਈਆਂ, ਹੁਣ ਪੈਨ ਡਰਾਈਵ ਹੈ। ਹਾਂਜੀ, ਸੋ ਮੈਨੀ ਥਿੰਗਸ, ਮਤਲਬ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ, ਪਰਿਵਰਤਨ ਆ ਰਿਹਾ। ਤਾਂ ਫਿਰ ਕਿੱਦਾਂ ਡਾਟਾ ਸ਼ਿਫਟ ਹੋਏਗਾ? ਉਹ ਸਾਡੇ 20 ਸਾਲਾਂ ਦੇ ਸਫ਼ਰ ਵਿੱਚ ਹੀ ਕਈ ਵਾਰੀ ਚੇਂਜ ਹੋ ਚੁੱਕਾ ਹੈਗਾ। ਤੇ ਜਦੋਂ ਵੀ ਉਹ ਚੇਂਜ ਅਸੀਂ ਨੋਟਿਸ ਕਰਦੇ ਹਾਂ ਕਿ ਹੁਣ ਉਹ ਕੋਈ ਵੀ ਟੈਕਨੋਲੋਜੀ ਆਈ ਹੈ ਨਵੀਂ, ਤੇ ਉਹ ਸਟੈਬਲਾਈਜ਼ ਹੋ ਗਈ ਹੈ, ਉਹ ਚੱਲੇਗੀ ਹੁਣ, ਤੇ ਸਾਡਾ ਸਾਰਾ ਪੁਰਾਣਾ ਡੇਟਾ ਜਿੰਨਾ ਡਿਜੀਟਾਈਜ਼ ਕੀਤਾ ਹੋਇਆ ਉਹ ਨਵੀਂ ਟੈਕਨੋਲੋਜੀ ਵਿੱਚ ਮਾਈਗ੍ਰੇਟ ਹੁੰਦਾ ਹੈਗਾ। ਉਹਨੂੰ ਅਸੀਂ ਸ਼ਿਫਟ ਕਰਦੇ ਹਾਂ ਉਹਦੇ ਵਿੱਚ, ਤਾਂ ਕਿ ਉਹ ਅੱਗੇ ਚੱਲ ਸਕੇ। ਜਿਹੜੀ ਡਿਜੀਟਲ ਟੈਕਨੋਲੋਜੀ ਹੈ ਉਹ ਬਹੁਤ ਨਵੀਂ ਹੈ ਹਲੇ, ਤੇ ਉਹਦੇ ਵਿੱਚ ਬਹੁਤ ਜਲਦੀ ਚੇਂਜਸ ਆ ਰਹੇ ਆ ਔਰ ਆਉਣਗੇ ਹਲੇ ਹੋਰ ਕਈ ਸਾਲਾਂ ਤੱਕ। ਠੀਕ ਹੈ ਦਵਿੰਦਰ ਜੀ, ਤੁਸੀਂ ਗੱਲ ਕੀਤੀ ਹੈ ਕਿ 20 ਸਾਲ ਦੇ ਵਿੱਚ ਅਸੀਂ ਕਾਫੀ ਬਦਲਾਅ ਦੇਖੇ ਨੇ। ਇਹ 20 ਸਾਲ ਦਾ ਰਾਜ਼ ਕੀ ਹੈ? ਇਹ ਰਾਜ਼ ਅਸੀਂ ਖੋਲਾਂਗੇ ਇਸ ਗੀਤ ਤੋਂ ਬਾਅਦ, ਜਿਹੜਾ ਤੁਸੀਂ 20 ਸਾਲ ਦਾ ਰਾਜ਼ ਸਾਨੂੰ ਦੱਸਣਾ ਹੈ। ਲਓ ਜੀ, ਇਸ ਗੀਤ ਨੂੰ ਇੰਜੋਏ ਕਰਦੇ ਹਾਂ, ਇਸ ਦਾ ਆਨੰਦ ਲਈਏ।
ਬਦਲੇ ਜਾਂਦੇ ਨੇ, ਸਭ ਮੌਸਮ ਬਦਲੇ ਜਾਂਦੇ ਨੇ, ਸਭ ਮੌਸਮ ਬਦਲੇ ਜਾਂਦੇ ਨੇ, ਸਭ ਮੌਸਮ ਸਭ ਮੌਸਮ ਬਦਲੇ ਜਾਂਦੇ ਨੇ, ਸਭ ਮੌਸਮ ਬਦਲੇ ਜਾਂਦੇ ਨੇ, ਰੁੱਤ ਪਿਆਰ ਦੀ ਬਦਲੀ ਨਹੀਂ ਜਾਂਦੀ ਵੇ ਕਿਕਰੀ ਪੂਰ ਪਿਆ ਵੇ ਡੋਲ। ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਕੋ-ਫਾਊਂਡਰ ਦਵਿੰਦਰਪਾਲ ਸਿੰਘ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ। ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਜੋ ਇਹ ਸਾਰਾ ਪੁਰਾਣਾ ਇਤਿਹਾਸ ਹੈ, ਪੁਰਾਣਾ ਸਾਰਾ ਸਾਹਿਤ ਹੈ, ਪੁਰਾਣੀਆਂ ਸਾਰੀਆਂ ਪੁਸਤਕਾਂ ਨੇ, ਉਹਨਾਂ ਨੂੰ ਅਸੀਂ ਡਿਜੀਟਾਈਜ਼ ਕਰਕੇ ਅਗਲੀ ਪੀੜ੍ਹੀ ਤੱਕ ਕਿਵੇਂ ਪਹੁੰਚਾਉਣਾ ਹੈ, ਨਵੀਂ ਟੈਕਨੋਲੋਜੀ ਦਾ ਇਸਤੇਮਾਲ ਅਸੀਂ ਕੀ ਕਰਨਾ ਹੈ। ਸੋ ਤੁਸੀਂ ਗੱਲ ਕੀਤੀ ਕਿ 20 ਸਾਲ ਦੇ ਵਿੱਚ 20 ਸਾਲ ਬਹੁਤ ਇੱਕ ਕਾਮਨ ਸ਼ਬਦ ਗਿਣਿਆ ਜਾਂਦਾ ਜਿੱਥੋਂ ਤੱਕ ਇਨਸਾਨ ਦੀ ਯਾਦਾਸ਼ਤ ਦਾ ਸਵਾਲ ਹੈ ਕਿ 20 ਸਾਲ ਪਿਛਲੀਆਂ ਗੱਲਾਂ ਇਨਸਾਨ ਨੂੰ ਯਾਦ ਰਹਿਣਗੀਆਂ, ਉਸ ਤੋਂ ਪਿਛਲੀਆਂ ਨਹੀਂ ਰਹਿੰਦੀਆਂ, ਤੇ 20 ਸਾਲ ਅਗਲੀਆਂ ਗੱਲਾਂ ਬਾਰੇ ਉਹ ਸੋਚ ਸਕਦਾ, ਕਲਪਨਾ ਕਰ ਸਕਦਾ, ਉਸ ਤੋਂ ਅੱਗੇ ਨਹੀਂ ਜਾ ਸਕਦਾ। 20 ਸਾਲ ਦਾ ਇੱਕ ਸਾਇੰਸ ਕਹਿੰਦੀ ਹੈ, ਵਿਗਿਆਨ ਕਹਿੰਦਾ ਕਿ ਇੰਨੀ ਕੁ ਬੰਦੇ ਦੀ ਸੀਮਤ ਇੱਕ ਮਿਆਦ ਹੈ ਉਹਦੀ। ਇੰਟਰਸਟਿੰਗ ਜੀ, ਸੋ ਇਹ 20 ਸਾਲ ਦਾ ਰਾਜ਼ ਕੀ ਹੈ? 20 ਸਾਲ ਦਾ ਰਾਜ਼ ਹੈਗਾ ਕਿ ਅਸੀਂ 20 ਸਾਲ ਪਹਿਲੇ 2003 ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਕੀਤਾ। 2003 ਵਿੱਚ ਅਸੀਂ ਇਹਨੂੰ ਵਿਜ਼ੂਅਲਾਈਜ਼ ਉਸ ਤੋਂ ਪਹਿਲਾਂ ਕਰ ਰਹੇ ਸੀਗੇ। ਬਹੁਤ ਸਾਰੀਆਂ ਚੀਜ਼ਾਂ ਬਚਪਨ ਤੋਂ ਨਾਲ ਚੱਲ ਰਹੀਆਂ ਹੁੰਦੀਆਂ ਹੈਗੀਆਂ, ਬਟ ਅਸੀਂ ਉਹਨਾਂ ਨੂੰ ਦੇਖਦੇ ਨਹੀਂ ਕਿ ਉਹ ਕਿਉਂ ਨਾਲ ਚੱਲ ਰਹੀਆਂ ਹੈਗੀਆਂ। ਕੁਦਰਤ ਫॉर ਅ ਰੀਜ਼ਨ ਸਾਨੂੰ ਟ੍ਰੇਨ ਕਰ ਰਹੀ ਹੁੰਦੀ ਹੈ, ਸਾਡੇ ਨਾਲ ਚਲਾ ਰਹੀ ਹੁੰਦੀ ਹੈ ਉਹ। ਸੋ 2001-2 ਦੇ ਵਿੱਚ ਮੈਂ ਉਹ ਡਿਸੀਜਨ ਲੈਣਾ ਸ਼ੁਰੂ ਕੀਤਾ ਕਿ ਆਈ ਸ਼ੁੱਡ ਬੀ ਡੂਇੰਗ, ਮੈਂ ਕੋਈ ਸੀਰੀਅਸ ਪ੍ਰੋਜੈਕਟ ਕਰ ਰਿਹਾ ਹੋਵਾਂ ਪੰਜਾਬ ਵਿੱਚ, ਪੰਜਾਬ ਵਾਸਤੇ। ਅਤੇ ਵਿਰਸੇ ਨੂੰ ਸਾਂਭਣਾ ਸਭ ਤੋਂ ਸੀਰੀਅਸ ਪ੍ਰੋਜੈਕਟ ਸੀਗਾ ਜਿਹੜਾ ਮੈਨੂੰ ਲੱਗਿਆ, ਕਿਉਂਕਿ ਅਸੀਂ ਟੈਕਨੋਲੋਜੀ ਨੂੰ ਚੇਂਜ ਹੁੰਦਾ ਦੇਖਿਆ, ਅਸੀਂ ਨਵੀਂ ਟੈਕਨੋਲੋਜੀ ਆਉਂਦੀ ਦੇਖੀ ਹੈਗੀ ਹੈ ਨਾ। ਅਸੀਂ 1995 ਦੇ ਵਿੱਚ ਪਹਿਲੀ ਵਾਰੀ ਮੈਂ ਕੰਪਿਊਟਰ ਦੇਖਿਆ ਸੀਗਾ ਜੀ, ਪਹਿਲੀ ਵਾਰੀ ਜਦੋਂ ਮੇਰਾ ਵਾਹ ਪਿਆ ਕੰਪਿਊਟਰ ਦੇ ਨਾਲ। ਅਤੇ ਉਹ ਜਦੋਂ ਕੰਪਿਊਟਰ ਨੂੰ ਦੇਖਿਆ ਤਾਂ ਪਹਿਲੀ ਵਾਰੀ ਤਾਂ ਚਲੋ ਇਟ ਵਾਜ਼ ਫਨ। ਉਸ ਤੋਂ ਬਾਅਦ ਹੌਲੀ ਹੌਲੀ ਲੱਗਣਾ ਸ਼ੁਰੂ ਹੋਇਆ ਕਿ ਇਹ ਤਾਂ ਫਿਊਚਰ ਹੈਗਾ, ਇਹਦੇ ਉੱਪਰ ਹੀ ਸਾਰਾ ਕੁਝ ਚੱਲਣਾ ਹੈਗਾ, ਦੁਨੀਆ ਇਹਦੇ ਨਾਲ ਹੀ ਚੱਲਣੀ ਹੈਗੀ ਹੈ। ਅਤੇ ਜਿਹੜੀਆਂ ਸਾਡੀਆਂ ਚੀਜ਼ਾਂ ਜੇ ਕੰਪਿਊਟਰ 'ਚ ਨਹੀਂ ਹੋਣਗੀਆਂ ਤਾਂ ਉਹ ਪੜ੍ਹੀਆਂ ਨਹੀਂ ਜਾਣਗੀਆਂ, ਅਤੇ ਉਹਦੇ ਲਈ ਬਹੁਤ ਸੀਰੀਅਸ ਅਤੇ ਵੱਡੇ ਐਫਰਟ ਦੀ ਲੋੜ ਹੈਗੀ ਹੈ। ਪੰਜਾਬ ਨੇ ਬੜੇ ਨੁਕਸਾਨ ਦੇਖੇ ਆ ਲਿਟਰੇਚਰ ਦੇ, ਹੈ ਨਾ। ਅਸੀਂ ਜਿਹੜਾ ਸਾਡੀ ਯਾਦਾਸ਼ਤ ਵਿੱਚ ਪਹਿਲਾ ਨੁਕਸਾਨ ਹੈਗਾ, ਅਸੀਂ ਸਰਸਾ ਨਦੀ ਦੇ ਵਿੱਚ ਜਦੋਂ ਦਸਮ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਛੱਡਿਆ ਹੈਗਾ, ਉਦੋਂ ਸਰਸਾ ਨਦੀ ਵਿੱਚ ਸਾਡਾ 300 ਮਣ ਜਾਂ ਟਨ ਸਾਡਾ ਲਿਟਰੇਚਰ ਦੱਸਿਆ ਜਿਹੜਾ ਰੁੜ ਗਿਆ, ਬਿਲਕੁਲ ਖਰਾਬ ਹੋ ਗਿਆ ਸਾਰਾ। ਉਹ ਸਾਡਾ ਪਹਿਲਾ ਨੁਕਸਾਨ ਸੀਗਾ, ਸਾਡੀ ਸਭ ਤੋਂ ਵੱਡੀ ਲਾਇਬ੍ਰੇਰੀ ਦਾ ਨੁਕਸਾਨ ਉਦੋਂ ਹੋਇਆ। ਅਤੇ ਇਹ ਚੀਜ਼ਾਂ ਸੋਚ ਕੇ ਸੀਗਾ ਕਿ ਇੱਕ ਜ਼ਿੰਦਗੀ ਜੇ ਲੱਗ ਵੀ ਜਾਏਗੀ ਤੇ ਕੋਈ ਖਾਸ ਗੱਲ ਨਹੀਂ ਹੈ, ਪੰਜਾਬ ਦੇ ਉੱਪਰ ਬੜੀਆਂ ਜ਼ਿੰਦਗੀਆਂ ਲੱਗੀਆਂ ਹੈਗੀਆਂ, ਇਹ ਜਨਮ ਤੁਮਾਰੇ ਲੇਖੇ। ਸੋ ਉਹ ਸੋਚ ਕੇ 2003 ਦੇ ਵਿੱਚ ਮੈਂ ਤੇ ਮੇਰੇ ਦੋਸਤ ਹਰਿੰਦਰ ਸਿੰਘ, ਹੁਣ US ਹੈਗੇ ਆ, ਅਸੀਂ ਇਹ ਪ੍ਰੋਜੈਕਟ ਸੋਚਿਆ ਕਿ ਅਸੀਂ ਇਹਨੂੰ ਲਾਈਫ ਲੌਂਗ ਪ੍ਰੋਜੈਕਟ ਇਹਨੂੰ ਕਰੀਏ। ਤੇ ਬੜੇ ਛੋਟੇ ਜਿਹੇ ਲੈਵਲ ਤੋਂ ਸ਼ੁਰੂ ਕੀਤਾ ਉਹਦਾ, ਮਤਲਬ ਇਟ ਵਾਜ਼ ਨਾਟ ਇੱਦਾਂ ਕੋਈ ਪਲਾਨ ਨਹੀਂ ਸੀਗਾ ਕਿ ਉਹਨੂੰ ਇੰਨੇ ਵੱਡੇ ਲੈਵਲ 'ਤੇ ਲੈ ਕੇ ਜਾਣਾ ਹੈ ਜਾਂ ਕਰਨਾ ਹੈਗਾ। ਉਹ ਸੀਗਾ ਕਿ ਜਿੰਨੇ ਸਾਡੇ ਕੋਲ ਰਿਸੋਰਸਿਸ ਹੈਗੇ ਆ ਉਹਦੇ ਨਾਲ ਅਸੀਂ ਇਹਨੂੰ ਕਰਦੇ ਰਹਾਂਗੇ। ਸੋ ਦਿਸ ਇਜ਼ ਹਾਊ ਵੀ ਸਟਾਰਟਡ। ਪਹਿਲੇ ਸਾਲ ਦੇ ਵਿੱਚ ਅਸੀਂ ਕਰੀਬ 60,000 ਪੇਜ ਡਿਜੀਟਾਈਜ਼ ਕੀਤੇ ਸੀਗੇ ਇੱਕ ਸਾਲ 'ਚ ਪਹਿਲੇ, ਹਾਂਜੀ, ਇੱਕ ਸਾਲ ਦੇ ਵਿੱਚ। ਅਤੇ ਛੋਟਾ ਜਿਹਾ ਸਾਡਾ ਪ੍ਰੋਜੈਕਟ ਸੀਗਾ, ਸਾਡਾ 10,000 ਰੁਪਏ ਮਹੀਨੇ ਦਾ ਬਜਟ ਸੀਗਾ ਜਿਹੜਾ ਅਸੀਂ ਆਪਣੇ ਕੋਲੋਂ ਹੀ ਪਾ ਲੈਂਦੇ ਸੀ। ਸੋ ਉਵੇਂ ਕਰਕੇ ਅਸੀਂ 4 ਸਾਲ ਪ੍ਰੋਜੈਕਟ ਚਲਾਇਆ। ਅੱਛਾ ਜੀ। ਫਿਰ ਸਾਨੂੰ ਲੱਗਿਆ ਕਿ ਨਹੀਂ, ਇਹ ਬੱਚਿਆਂ ਦੀ ਖੇਡ ਨਹੀਂ ਹੈਗੀ, ਇਹ ਬਹੁਤ ਵੱਡਾ ਪ੍ਰੋਜੈਕਟ ਹੈ, ਕਿਉਂਕਿ ਉਹ 4 ਸਾਲਾਂ ਦੇ ਵਿੱਚ ਅਸੀਂ ਸਟੱਡੀ ਕੀਤਾ ਕਿ ਪੂਰੀ ਦੁਨੀਆ ਵਿੱਚ ਕੀ ਚੱਲ ਰਿਹਾ। ਅੱਛਾ, ਡਿਜੀਟਾਈਜੇਸ਼ਨ ਨੂੰ ਲੈ ਕੇ ਕੌਣ ਕਿੱਥੇ ਕੀ ਕਰ ਰਿਹਾ ਹੈ, ਕੀ ਅਸੀਂ ਇਕੱਲੇ ਹੀ ਹੈਗੇ ਹਾਂ ਜਿਹੜੇ ਕਰ ਰਹੇ ਹਾਂ। ਸ਼ੁਰੂ ਕਰਨ ਲੱਗਿਆ ਸਾਨੂੰ ਸੀਗਾ ਕਿ ਆਪਾਂ ਇਕੱਲੇ ਹੀ ਹੈਗੇ ਹਾਂ, ਹਾਂਜੀ, ਪਰ ਜਿਵੇਂ ਅਸੀਂ ਸਟੱਡੀ ਕੀਤੀਆਂ ਚੀਜ਼ਾਂ ਤਾਂ ਪਤਾ ਲੱਗਿਆ ਕਿ ਨਹੀਂ, ਦੁਨੀਆ 'ਚ ਹੋਰ ਵੀ ਬੜੀ ਦੁਨੀਆ ਡਿਜੀਟਾਈਜੇਸ਼ਨ ਕਰ ਰਹੀ ਹੈਗੀ ਹੈ। ਅਤੇ ਫਿਰ ਅਸੀਂ 2007 ਤੋਂ ਬਾਅਦ ਇੰਡੀਆ ਤੋਂ ਬਾਹਰ ਜਾ ਕੇ ਕੁਝ ਟ੍ਰੇਨਿੰਗਸ ਲਈਆਂ, ਚੀਜ਼ਾਂ ਨੂੰ ਅੰਡਰਸਟੈਂਡ ਕੀਤਾ ਕਿਵੇਂ ਬੈਟਰ ਕਰਨ ਦੀ ਲੋੜ ਹੈਗੀ ਹੈ, ਆਪਣੇ ਰਿਸੋਰਸਿਸ ਜਿੰਨੇ ਸਾਡੇ ਕੋਲ ਹੈਗੇ ਆ ਉਹਦੇ ਨਾਲ ਅਸੀਂ ਕਿਵੇਂ ਬਿਹਤਰ ਕਰ ਸਕਦੇ ਹੈਗੇ ਹਾਂ ਜੀ। ਅਤੇ ਫਿਰ 2007 ਔਨਵਰਡਸ ਅਸੀਂ ਆਪਣੀ ਟੀਮ ਵਧਾਉਣੀ ਸ਼ੁਰੂ ਕੀਤੀ, ਅਤੇ ਟੀਮ 'ਚ ਅਸੀਂ ਹੋਰ ਵੋਲੰਟੀਅਰਸ ਇਨਵੋਲਵ ਕੀਤੇ, ਸਟਾਫ ਇਨਵੋਲਵ ਕੀਤਾ। ਸੋ ਹੁਣ ਅਸੀਂ ਅੱਜ ਦੇ ਦਿਨ 'ਚ ਅਸੀਂ 60,000 ਪੇਜ ਇੱਕ ਦਿਨ ਵਿੱਚ ਕਰ ਸਕਦੇ ਹੈਗੇ ਹਾਂ। 60,000 ਪੇਜ ਇੱਕ ਸਾਲ ਵਿੱਚ, ਤੇ ਹੁਣ 60,000 ਪੇਜ ਇੱਕ ਦਿਨ ਵਿੱਚ। ਇੱਕ ਸਾਲ ਅਨੁਪਾਤ ਇੱਕ ਦਿਨ, ਇੰਨਾ ਜ਼ਿਆਦਾ ਤੁਸੀਂ ਤਰੱਕੀ ਕੀਤੀ ਹੈ। ਉਹ ਅਸੀਂ ਨਹੀਂ ਕੀਤੀ ਹੈਗੀ, ਮਤਲਬ ਉਹ ਬਹੁਤ ਸਿੰਸੀਅਰਲੀ ਮੈਂ ਕਹਿੰਦਾ ਹੈਗਾ ਕਿ ਉਹ ਕੋਈ ਹੋਰ ਤਾਕਤ ਨਹੀਂ ਕਰਵਾਈ ਹੈਗੀ ਹੈ,
ਉਹ ਗੁਰੂ ਸਾਹਿਬ ਨੇ ਹੀ ਹੱਥ ਫੜ ਕੇ ਕਰਵਾਇਆ ਹੈਗਾ, ਸਾਡੇ ਵੱਸ 'ਚ ਨਹੀਂ ਸੀਗਾ ਉਹ, ਸਾਡੀ ਤਾਂ ਸਮਝ ਵੀ ਨਹੀਂ ਸੀਗੀ ਉਹਨੇ, ਸਾਨੂੰ ਤਾਂ ਸਿਰਫ ਇਹ ਸੀਗਾ ਕਿ ਅਸੀਂ ਕਰਨਾ ਹੈ ਉਹ, ਤੇ ਉਹ ਕੋਈ ਹੋਰ ਹੀ ਤਾਕਤ ਸਾਨੂੰ ਪੁਸ਼ ਕਰਦੀ ਰਹੀ ਤੇ ਕਰਦੀ ਹੈਗੀ ਹੈ, ਤੇ ਉਹ ਹੋ ਹੀ ਜਾਂਦਾ ਹੈਗਾ। ਹੁਣ ਤੱਕ ਕਰੀਬ 50 ਮਿਲੀਅਨ ਪੇਜ, ਕਰੀਬ 5 ਕਰੋੜ ਪੇਜ ਹੁਣ ਤੱਕ ਡਿਜੀਟਾਈਜ਼ ਹੋ ਚੁੱਕੀ ਹੈ। ਤੇ ਉਹਦੇ ਵਿੱਚ ਤੁਸੀਂ ਕਿਤਾਬਾਂ ਦਾ ਜ਼ਿਕਰ ਕਰ ਰਹੇ ਸੀ ਕਿ ਸਿਰਫ ਕਿਤਾਬਾਂ ਨਹੀਂ ਅਸੀਂ ਡਿਜੀਟਾਈਜ਼ ਕਰਦੇ, ਉਹਦੇ ਵਿੱਚ ਅਸੀਂ ਹੱਥ ਲਿਖਤਾਂ, ਡਾਇਰੀਜ਼, ਅਖਬਾਰਾਂ, ਰਸਾਲੇ, ਸਰਕਾਰੀ ਫਾਈਲਾਂ। ਜਦੋਂ ਮੈਂ ਸਰਕਾਰੀ ਫਾਈਲਾਂ ਕਹਿੰਦਾ ਹੈਗਾ ਤਾਂ ਉਹਦਾ ਮਤਲਬ ਹੈਗਾ ਕਿ ਅੱਜ ਦੀ ਡੀਸੀ ਆਫਿਸ ਦੀਆਂ ਫਾਈਲਾਂ, ਇਰੀਗੇਸ਼ਨ ਆਫਿਸ ਦੀਆਂ ਫਾਈਲਾਂ, ਉਹ ਫਾਈਲਾਂ ਦੀ ਗੱਲ ਨਹੀਂ ਕਰ ਰਿਹਾ ਮੈਂ, ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀਆਂ ਫਾਈਲਾਂ, ਅੱਛਾ, ਪਟਿਆਲਾ ਰਿਆਸਤ ਦੇ ਜਿਹੜੇ ਰਾਜੇ ਆ ਉਹਨਾਂ ਦੀਆਂ ਫਾਈਲਾਂ, ਨਾਭਾ ਦੀਆਂ ਫਾਈਲਾਂ। ਸੋ ਉਹ ਜਿਹੜੀਆਂ 1947 ਤੋਂ ਪੁਰਾਣੀਆਂ ਫਾਈਲਾਂ ਹੈਗੀਆਂ, ਉਹਨਾਂ ਦੇ ਵਿੱਚ ਕੀ ਸਾਂਭਿਆ ਪਿਆ। ਹਾਂ, ਇੰਟਰਸਟਿੰਗ, ਬਹੁਤ ਦਿਲਚਸਪ ਗੱਲਾਂ ਨੇ। ਹਾਂਜੀ, ਉਹ ਪੰਜਾਬ ਸਰਕਾਰ ਦੇ ਨਾਲ ਰਲ ਕੇ ਅਸੀਂ ਉਹ ਸਾਰਿਆਂ ਨੂੰ ਡਿਜੀਟਾਈਜ਼ ਕਰ ਰਹੇ ਹੈਗੇ ਆ, ਤੇ ਵੱਡੇ ਲੈਵਲ ਤੇ ਉਹ ਡਿਜੀਟਾਈਜੇਸ਼ਨ ਹੋ ਰਹੀ ਹੈਗੀ ਉਹਨਾਂ ਚੀਜ਼ਾਂ ਦੀ। ਮਤਲਬ ਜੋ ਕੁਝ ਵੀ ਪੰਜਾਬ ਦੇ ਵਿੱਚ ਮੌਜੂਦ ਹੈ ਇਸ ਵਕਤ ਸਾਂਭਿਆ ਹੋਇਆ ਹੈ, ਹਾਂਜੀ, ਉਹ ਸਾਰੇ ਦਾ ਸਾਰਾ ਤੁਸੀਂ ਡਿਜੀਟਾਈਜ਼ ਕਰਨ ਦੀ ਕੋਸ਼ਿਸ਼ ਵਿੱਚ ਹੋ। ਹਾਂਜੀ, ਸਾਡਾ ਜਿਹੜਾ ਮਿਸ਼ਨ ਹੈਗਾ ਉਹ ਇਹੀ ਹੈਗਾ ਕਿ ਪੰਜਾਬ ਦੇ ਵਿੱਚ ਜੋ ਕੁਝ ਵੀ ਪਿਆ ਕਿਸੇ ਵੀ ਸਬਜੈਕਟ ਦੇ ਉੱਪਰ, ਕਿਸੇ ਵੀ ਭਾਸ਼ਾ ਵਿੱਚ, ਕਿਸੇ ਵੀ ਧਰਮ ਦੇ ਨਾਲ ਸੰਬੰਧਿਤ, ਅਸੀਂ ਉਹ ਸਾਰੇ ਕੁਝ ਨੂੰ ਡਿਜੀਟਾਈਜ਼ ਕਰਨਾ ਹੈ। ਤੇ ਪੰਜਾਬ ਤੋਂ ਬਾਹਰ ਜਿਹੜੀਆਂ ਚੀਜ਼ਾਂ ਪਈਆਂ ਪੰਜਾਬ ਬਾਰੇ, ਉਹਨਾਂ ਨੂੰ ਅਸੀਂ ਡਿਜੀਟਾਈਜ਼ ਕਰਨਾ ਹੈ। ਇਹ ਸਾਡਾ ਏਜੰਡਾ ਹੈਗਾ। ਤੁਹਾਡਾ ਮੇਨ ਜਿਹੜਾ ਖਾਸ ਕੰਮ ਹੈ ਉਹ ਪੰਜਾਬ ਦੇ ਉੱਤੇ ਹੈ, ਪੰਜਾਬ ਰੀਜਨ ਦੇ ਉੱਪਰ, ਪੰਜਾਬ ਰੀਜਨ, ਨਾਟ ਦ ਸਟੇਟ ਆਫ ਪੰਜਾਬ। ਪੰਜਾਬ ਰੀਜਨ ਤੋਂ ਫਿਰ ਜਦੋਂ ਅਸੀਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰੀਏ, ਜਿਵੇਂ ਤੁਸੀਂ ਦੱਸਿਆ ਹੈ ਰਾਜਿਆਂ ਮਹਾਰਾਜਿਆਂ ਦੀਆਂ ਤੁਸੀਂ ਫਾਈਲਾਂ ਨੂੰ ਡਿਜੀਟਾਈਜ਼ ਕਰਦੇ ਹੋ, ਤਾਂ ਅਫਗਾਨਿਸਤਾਨ ਤੋਂ ਲੈ ਕੇ ਯਮੁਨਾ ਨਦੀ ਤੱਕ ਪੰਜਾਬ, ਪੁਰਾਤਨ ਪੰਜਾਬ, ਜਿਹੜੀ 5 ਦਰਿਆਵਾਂ ਦੀ ਧਰਤੀ ਹੈਗੀ ਆ, ਜਿਹਦੇ ਵਿੱਚ ਹੁਣ ਦਾ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ, ਪਾਕਿਸਤਾਨ ਵੀ ਕਰੀਬ 50% ਪਾਕਿਸਤਾਨ। ਸੋ ਇਹ ਸਾਰਾ ਜਿਹੜਾ ਖਿੱਤਾ ਹੈਗਾ, ਇਹਦੇ ਵਿੱਚ ਜੋ ਕੁਝ ਵੀ ਪਿਆ, ਜਿੰਨੀ ਵਿਜ਼ਡਮ, ਜਿੰਨੀ ਨੌਲੇਜ ਇੱਥੇ ਸਾਂਭੀ ਪਈ ਹੈ, ਉਹਨੂੰ ਅਸੀਂ ਡਿਜੀਟਾਈਜ਼ ਕਰਨਾ ਹੈ। ਜੀ ਦਵਿੰਦਰ ਜੀ, ਇਹ ਤਾਂ ਬਹੁਤ ਮਜ਼ੇਦਾਰ ਗੱਲ ਹੈ। ਔਰ ਅਸੀਂ ਸਾਰੇ ਜਾਣਦੇ ਹਾਂ 5 ਨਦੀਆਂ ਤੇ 7 ਨਦੀਆਂ, ਜਿਹੜੀ ਸਿੰਧੂ ਘਾਟੀ ਦੀ ਸੱਭਿਅਤਾ ਉਹ ਪੰਜਾਬ ਦੀ ਹੀ ਪੁਰਾਤਨ ਸੱਭਿਅਤਾ ਹੈ। ਕਿੱਥੇ ਤੱਕ ਤੁਸੀਂ ਜਾ ਰਹੇ ਹੋ? ਤੁਸੀਂ ਤਾਂ ਬਹੁਤ ਦੂਰ ਤੱਕ ਯਾਤਰਾ ਕਰਦੇ ਪਏ ਹੋ। ਅੱਛਾ, ਮੈਂ ਅਗਲਾ ਸਵਾਲ ਇਹ ਰਹਿਣਾ ਚਾਹਾਂਗਾ, ਤੁਸੀਂ ਦੱਸਿਆ ਕਿ ਇਹਦਾ ਸਾਰੇ ਦਾ ਅਸੀਂ ਸਾਰੇ ਤੁਹਾਡੀਆਂ ਗੱਲਾਂ ਤੋਂ ਜਾਣਦੇ ਪਏ ਹਾਂ, ਸਮਾਜ ਨੂੰ ਬਹੁਤ ਫਾਇਦਾ ਹੈ। ਤੁਸੀਂ ਗੱਲ ਕੀਤੀ ਕਿ ਹੋਰ ਲੋਕ ਵੀ ਦੁਨੀਆ ਦੇ ਵਿੱਚ ਇਹ ਕੰਮ ਕਰਦੇ ਪਏ ਨੇ, ਤੁਸੀਂ ਇਹ ਟ੍ਰੇਨਿੰਗ ਵੀ ਲਿੱਤੀ ਬਾਹਰ ਜਾ ਕੇ, ਉਹਨਾਂ ਨਾਲ ਸਿਰਫ ਟ੍ਰੇਨਿੰਗ ਤੱਕ ਹੀ ਤੁਹਾਡਾ ਸੰਬੰਧ ਰਿਹਾ ਜਾਂ ਹੋਰ ਵੀ ਤਾਲਮੇਲ ਹੈ ਕਿ ਮਿਲ ਜੁਲ ਕੇ ਇਹ ਬਹੁਤ ਵੱਡਾ ਕੰਮ ਹੈ, ਉਹਦੇ ਵਿੱਚ ਆਪਾਂ ਸਾਰੇ ਮਿਲ ਜੁਲ ਕੇ ਕੰਮ ਕਰਾਂਗੇ? ਜਿਹੜੇ ਤਾਂ ਪੰਜਾਬ ਦੀਆਂ ਚੀਜ਼ਾਂ ਡਿਜੀਟਾਈਜ਼ ਕਰ ਰਹੇ ਹੈਗੇ ਆ, ਉਹਨਾਂ ਨਾਲ ਤਾਂ ਕੁਝ ਕਿਸੇ ਲੈਵਲ ਦੀ ਅੰਡਰਸਟੈਂਡਿੰਗ ਹੈਗੀ ਹੈ। ਜਿਹੜੀਆਂ ਪੰਜਾਬ ਤੋਂ ਬਾਹਰ ਸੰਸਥਾਵਾਂ ਹੈਗੀਆਂ, ਉਹਨਾਂ ਨੂੰ ਅਸੀਂ ਟ੍ਰੇਨ ਕੀਤਾ ਹੈਗਾ ਬੜਿਆਂ ਨੂੰ ਇੰਡੀਆ ਦੇ ਵਿੱਚ। ਅੱਛਾ ਜੀ, ਉਹਨਾਂ ਨੇ ਸਾਡੇ ਤੋਂ ਟ੍ਰੇਨਿੰਗ ਲਈ ਹੈਗੀ ਹੈ, ਕਿਉਂਕਿ ਸਾਨੂੰ ਬੜੀ ਦਿੱਕਤ ਆਈ ਸੀਗੀ ਜਦੋਂ 2003 'ਚ ਅਸੀਂ ਸ਼ੁਰੂ ਕੀਤਾ ਪ੍ਰੋਜੈਕਟ, ਤਾਂ ਉਦੋਂ ਕਿਤੇ ਵੀ ਕੋਈ ਟ੍ਰੇਨਿੰਗ ਨਹੀਂ ਸੀ ਹੁੰਦੀ, ਕੋਈ ਇੰਡੀਆ 'ਚ ਸੈਮੀਨਾਰ ਵੀ ਨਹੀਂ ਸੀ ਹੁੰਦਾ ਇਸ ਸਬਜੈਕਟ ਦੇ ਉੱਪਰ, ਕੋਈ ਗੱਲ ਵੀ ਨਹੀਂ ਸੀ ਹੈਗੀ ਇਸ ਬਾਰੇ। ਸੋ ਅਸੀਂ ਸਾਰੀਆਂ ਚੀਜ਼ਾਂ ਆਪੇ ਹੀ ਸਿੱਖੀਆਂ, ਕਰ ਕਰਕੇ, ਗਲਤੀਆਂ ਕਰ ਕਰਕੇ। ਅਸੀਂ ਸਾਰੇ ਗਲਤੀਆਂ ਦੇ ਰਿਕਾਰਡ ਰੱਖਦੇ ਸੀਗੇ ਕਿ ਕੀ ਕੀਤਾ, ਕੀ ਗਲਤੀ ਹੋਈ, ਉਹਦਾ ਅਸੀਂ ਇੱਕ ਮੈਨੂਅਲ ਬਣਾਇਆ ਬਾਅਦ ਵਿੱਚ ਫਿਰ ਕਿ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ। ਸੋ ਉਹ ਸਾਨੂੰ ਸੀਗਾ ਕਿ ਜਿਹੜੀਆਂ ਅਸੀਂ ਗਲਤੀਆਂ ਕਰ ਰਹੇ ਹਾਂ ਉਹ ਹੋਰ ਵੀ ਬੜੇ ਲੋਕ ਕਰਨਗੇ। ਸੋ ਅਸੀਂ ਹੋਰ ਸਟੇਟਸ ਨੂੰ ਕਿਹਾ ਕਿ ਜਿੱਥੇ ਵੀ ਕੋਈ ਕਰ ਰਿਹਾ ਡਿਜੀਟਾਈਜੇਸ਼ਨ, ਸਾਨੂੰ ਦੱਸੋ, ਅਸੀਂ ਤੁਹਾਨੂੰ ਫ੍ਰੀ ਟ੍ਰੇਨਿੰਗ ਦੇਵਾਂਗੇ, ਸਿੱਖ ਕੇ ਕਰੋ। ਸੋ ਅਸੀਂ ਬੜਿਆਂ ਨੂੰ ਟ੍ਰੇਨਿੰਗ ਦਿੱਤੀ ਉਵੇਂ। ਤੇ ਜਿਹੜੀਆਂ ਕੁਝ ਪੰਜਾਬ ਦੀਆਂ ਸੰਸਥਾਵਾਂ ਵੀ ਡਿਜੀਟਾਈਜੇਸ਼ਨ ਕਰ ਰਹੀਆਂ ਹੈਗੀਆਂ ਹੋਰ, ਉਹਦੇ ਵਿੱਚ ਜਨਰਲੀ ਉਹਨਾਂ ਦਾ ਫੋਕਸ ਨਵੀਆਂ ਕਿਤਾਬਾਂ ਤੇ ਹੈਗਾ। ਹਾਂਜੀ, ਸਾਡਾ ਜਿਹੜਾ ਫੋਕਸ ਹੈਗਾ ਉਹ ਪੁਰਾਣੀਆਂ ਕਿਤਾਬਾਂ ਤੇ ਹੈ। ਅਸੀਂ ਨਵੀਆਂ ਕਿਤਾਬਾਂ ਨਹੀਂ ਕਰਦੇ, ਕਿਉਂਕਿ ਸਾਡਾ ਫਰੋਮ ਡੇ 1 ਇਹ ਮੰਨਣਾ ਹੈਗਾ ਕਿ ਪਬਲਿਸ਼ਿੰਗ ਇੰਡਸਟਰੀ ਖਤਮ ਨਹੀਂ ਹੋਣੀ ਚਾਹੀਦੀ। ਪਬਲਿਸ਼ਿੰਗ ਇੰਡਸਟਰੀ ਨੂੰ ਬਚਾਉਣਾ ਹੈ, ਪਬਲਿਸ਼ਰ ਨੂੰ ਬਚਾਉਣਾ ਹੈ, ਪਬਲਿਸ਼ਰ ਨੂੰ ਮੁਨਾਫਾ ਹੁੰਦਾ ਰਹੇ, ਇਹ ਜ਼ਰੂਰੀ ਹੈਗਾ। ਜੇ ਪਬਲਿਸ਼ਰ ਨੂੰ ਮੁਨਾਫਾ ਹੋਏਗਾ ਤਾਂ ਪਬਲਿਸ਼ਰ ਆਥਰ ਨੂੰ ਕੁਝ ਦੇਏਗਾ, ਹੈ ਨਾ, ਤਾਂ ਆਥਰ ਕਿਤਾਬ ਨਵੀਂ ਲਿਖੇਗਾ। ਜੇ ਅਸੀਂ ਉਹ ਤੋਂ ਪਬਲਿਸ਼ਰ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿਆਂਗੇ ਤਾਂ ਆਥਰ ਨਵੀਆਂ ਕਿਤਾਬਾਂ ਵੀ ਲਿਖਣੀਆਂ ਸ਼ਾਇਦ ਬੰਦ ਕਰ ਦੇਣਗੇ, ਨਵਾਂ ਲਿਟਰੇਚਰ ਆਉਣਾ ਬੰਦ ਹੋ ਜਾਏਗਾ, ਨਵੀਆਂ ਚੀਜ਼ਾਂ ਆਉਣੀਆਂ ਬੰਦ ਹੋ ਜਾਣਗੀਆਂ ਪੰਜਾਬ ਬਾਰੇ। ਬਹੁਤ ਜ਼ਰੂਰੀ ਚੀਜ਼ ਹੈ। ਇਸ ਕਰਕੇ ਅਸੀਂ ਨਵੀਆਂ ਕਿਤਾਬਾਂ ਨਹੀਂ ਕਰਦੇ ਡਿਜੀਟਾਈਜ਼, ਅਸੀਂ ਸਿਰਫ ਪੁਰਾਣੀਆਂ ਕਰਦੇ ਹੈਗੇ ਹਾਂ। ਤੇ ਸਾਡੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹ ਇਹ ਹੈਗੀ ਹੈ ਕਿ ਉਹ ਡਾਕੂਮੈਂਟਸ ਡਿਜੀਟਾਈਜ਼ ਕੀਤੇ ਜਾਣ
ਜਿਨ੍ਹਾਂ ਦੀ ਦੂਸਰੀ ਕਾਪੀ ਹੀ ਐਗਜ਼ਿਸਟ ਨਹੀਂ ਕਰਦੀ। ਇੱਕ ਚੀਜ਼ ਇਹਦੇ 'ਚ ਬੜੀ ਦਿਲਚਸਪ ਪੈਦਾ ਹੁੰਦੀ ਹੈ ਕਿ ਤੁਸੀਂ ਪਤਾ ਕਿਵੇਂ ਲਗਾਉਂਦੇ ਹੋ, ਪ੍ਰਕਿਰਿਆ ਕੀ ਹੈ, ਕਿੱਦਾਂ ਤੁਸੀਂ ਇਹ ਚੂਜ਼ ਕਰਦੇ ਹੋ, ਕਿੱਦਾਂ ਸਿਲੈਕਟ ਕਰਦੇ ਹੋ ਤੁਸੀਂ ਇਹ ਕਿ ਉੱਥੇ ਜਾ ਕੇ ਇਹ ਡਾਕੂਮੈਂਟ ਲੈਣੇ ਨੇ, ਇਹ ਨਹੀਂ ਲੈਣੇ, ਇਹਨਾਂ ਨੂੰ ਡਿਜੀਟਾਈਜ਼ ਕਰਨਾ ਹੈ, ਇਹਨੂੰ ਨਹੀਂ ਕਰਨਾ, ਕਿਉਂਕਿ ਇਹ ਬੜਾ ਮਤਲਬ ਵਿਚਾਰਨ ਵਾਲਾ ਵਿਸ਼ਾ ਹੈ। ਜਦੋਂ ਸ਼ੁਰੂ ਕੀਤਾ ਨਾ ਅਸੀਂ ਪ੍ਰੋਜੈਕਟ, ਉਦੋਂ ਬੜੀ ਦਿੱਕਤ ਆਉਂਦੀ ਸੀਗੀ ਚੀਜ਼ਾਂ ਡਿਜੀਟਾਈਜ਼ ਕਰਨ ਵਾਸਤੇ ਲੱਭਣੀਆਂ ਜਿੱਥੋਂ ਹੈਗੀਆਂ, ਬਿਲਕੁਲ ਉਹ ਲੱਭੀਏ ਕਿਵੇਂ, ਜਾਈਏ ਕਿੱਥੇ, ਕਿਹਨੂੰ ਕਹੀਏ, ਕਿਹਨੂੰ ਮਿਲੀਏ, ਹੈ ਨਾ, ਸਾਨੂੰ ਕੋਈ ਰਾਹ ਨਹੀਂ ਸੀ ਪਤਾ। ਤੇ ਉਦੋਂ ਬੜੀ ਦਿੱਕਤ ਆਈ ਸਾਨੂੰ। ਹਾਂਜੀ। ਪਰ ਹੌਲੀ ਹੌਲੀ ਜਿਵੇਂ ਜਿਵੇਂ ਅਵੇਅਰਨੈਸ ਵੱਧਦੀ ਗਈ, ਫਿਰ ਸਾਡੇ ਕੋਲ ਲੋਕ ਆਪ ਆਉਣੇ ਸ਼ੁਰੂ ਹੋ ਗਏ, ਲਾਇਬ੍ਰੇਰੀਜ਼ ਆਪੇ ਆਉਣੀਆਂ ਸ਼ੁਰੂ ਹੋ ਗਈਆਂ ਕਿ ਮੇਰੇ ਕੋਲ 2 ਕਿਤਾਬਾਂ ਹੈ, ਮੇਰੇ ਕੋਲ 200 ਕਿਤਾਬਾਂ ਹੈ, ਮੇਰੇ ਕੋਲ 2000 ਕਿਤਾਬਾਂ ਹੈਗੀਆਂ, ਤੁਸੀਂ ਇਹਨੂੰ ਡਿਜੀਟਾਈਜ਼ ਕਰ ਦਿਓ। ਤੇ ਜਿਵੇਂ ਜਿਵੇਂ ਸਾਡਾ ਡੇਟਾਬੇਸ ਵੱਡਾ ਹੁੰਦਾ ਗਿਆ, ਸਾਡੀ ਇੰਡੈਕਸ ਫਾਈਲ ਵੱਡੀ ਹੁੰਦੀ ਗਈ, ਜਿਹਦੇ 'ਚ ਆਪਾਂ ਨੋਟ ਕਰਦੇ ਹਾਂ ਸਾਰਾ ਕਿ ਕੀ ਟਾਈਟਲ ਹੈ ਕਿਤਾਬ ਦਾ, ਹਾਂਜੀ, ਕਿਹੜਾ ਆਥਰ ਹੈ, ਕਦੋਂ ਪਬਲਿਸ਼ ਹੋਈ। ਸੋ ਉਹ ਅਸੀਂ ਚੈੱਕ ਕਰਦੇ ਹਾਂ ਪਹਿਲੇ ਕਿ ਕੀ ਇਹ ਪਹਿਲਾਂ ਤਾਂ ਨਹੀਂ ਡਿਜੀਟਾਈਜ਼ ਹੋਈ ਜਿਹਨੂੰ ਅਸੀਂ ਹੁਣ ਡਿਜੀਟਾਈਜ਼ ਕਰ ਰਹੇ ਹਾਂ। ਸੋ ਉਹ ਇੱਕ ਤਾਂ ਉਹ ਚੈੱਕ ਹੁੰਦਾ ਹੈਗਾ। ਦੂਸਰਾ ਸਾਡਾ ਫੋਕਸ ਹੀ ਇਹ ਹੈਗਾ ਕਿ ਅਸੀਂ ਕਰੀਏ ਹੀ ਉਹ ਚੀਜ਼ਾਂ ਡਿਜੀਟਾਈਜ਼ ਜਿਨ੍ਹਾਂ ਦੀ ਦੂਸਰੀ ਕਾਪੀ ਨਹੀਂ ਹੈਗੀ। ਹੁਣ ਕਿਉਂਕਿ ਸਾਨੂੰ 20 ਸਾਲ ਹੋ ਗਏ, ਸਾਡੇ ਕੋਲ ਬਹੁਤ ਵੱਡਾ ਡੇਟਾਬੇਸ ਹੈਗਾ, ਸਾਡੀ ਅੰਡਰਸਟੈਂਡਿੰਗ ਵੱਧ ਗਈ ਪੰਜਾਬ ਬਾਰੇ ਕਿ ਕਿੱਥੇ ਕਿਹੜੀਆਂ ਚੀਜ਼ਾਂ ਪਈਆਂ ਹੈਗੀਆਂ। ਸੋ ਅਸੀਂ ਉਹਨਾਂ ਨੂੰ ਉਵੇਂ ਆਇਡੈਂਟੀਫਾਈ ਕੀਤਾ, ਉਵੇਂ ਪ੍ਰਾਇਰਟਾਈਜ਼ ਕੀਤਾ ਕਿ ਜਿਹੜੀਆਂ ਚੀਜ਼ਾਂ ਦੀ ਦੂਸਰੀ ਕਾਪੀ ਨਹੀਂ ਹੈ, ਪਹਿਲ ਉਹਨਾਂ ਨੂੰ ਦਿੱਤੀ ਜਾਏ। ਜਿਨ੍ਹਾਂ ਦੀ ਦੂਸਰੀ ਕਾਪੀਜ਼ ਹੈਗੀਆਂ ਉਹਨਾਂ ਬਾਰੇ ਅਸੀਂ ਬਾਅਦ ਵਿੱਚ ਸੋਚਾਂਗੇ। ਦਵਿੰਦਰ ਜੀ, ਇਹ ਤਾਂ ਪੂਰੀ ਜ਼ਿੰਦਗੀ ਦਾ ਕੰਮ ਹੈ, ਮਤਲਬ ਇਹ ਤਾਂ ਕਦੀ ਖਤਮ ਹੋਣ ਵਾਲਾ ਕੰਮ ਹੀ ਨਹੀਂ ਹੈਗਾ, ਸਾਡੀ ਜ਼ਿੰਦਗੀ 'ਚ ਨਹੀਂ ਖਤਮ ਹੋ ਸਕਦਾ। ਹਾਂਜੀ, ਅੱਗੇ ਤੇ ਅੱਗੇ ਪੀੜ੍ਹੀ ਦਰ ਪੀੜ੍ਹੀ ਚੱਲਣਾ। ਹਾਂਜੀ, ਜਿਵੇਂ ਮੈਂ ਪਹਿਲਾਂ ਕਿਹਾ, ਇਹ ਜਨਮ ਤੁਮਾਰੇ ਲੇਖੇ, ਤੁਸੀਂ ਕਿਹਾ ਜੀ ਇਹ ਜ਼ਿੰਦਗੀ ਲੱਗ ਵੀ ਗਈ, ਤੁਸੀਂ ਆਪ ਆਪਣੇ ਸ਼ਬਦ ਬੋਲੇ ਨੇ, ਇਹ ਜ਼ਿੰਦਗੀ ਲੱਗ ਵੀ ਗਈ। ਇਹ ਤਾਂ ਸ਼ੁਰੂਆਤ ਕਿੱਥੋਂ ਹੈ? ਕਿਉਂਕਿ ਬੰਦੇ ਨੂੰ ਕਿਤੇ ਨਾ ਕਿਤੇ ਤੋਂ ਆਈਡੀਆ ਮਿਲਦਾ ਹੈ ਨਾ। ਤੁਹਾਨੂੰ ਕਿਤੋਂ ਆਈਡੀਆ ਮਿਲਿਆ ਸੀ ਇਹਦਾ 2003 'ਚ ਸ਼ੁਰੂ ਕਰਨ ਤੋਂ ਪਹਿਲਾਂ? ਉਹਨਾਂ ਬੜੇ ਸਾਰੇ ਰੀਜ਼ਨ ਹੁੰਦੇ ਹੈਗੇ ਆ, ਜਿਹੜੇ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਸਾਡੀ ਜ਼ਿੰਦਗੀ ਵਿੱਚ ਨਾਲ ਚੱਲਦੀਆਂ ਚੀਜ਼ਾਂ, ਜਿਵੇਂ ਮੈਂ ਸਰਸਾ ਨਦੀ ਦੀ ਐਗਜ਼ਾਮਪਲ ਦਿੱਤੀ ਤੁਹਾਨੂੰ, ਹੈ ਨਾ। ਤੇ ਅਸੀਂ ਵੱਡੇ ਹੀ ਉਵੇਂ ਹੋਏ ਹੈਗੇ ਆ ਨੈਗੇਟਿਵ ਚੀਜ਼ਾਂ ਦੇ ਵਿੱਚ। ਪੰਜਾਬ ਦੇ ਵਿੱਚ ਅਸੀਂ ਨੈਗੇਟਿਵਿਟੀ ਹੀ ਦੇਖੀ ਹੈਗੀ ਹੈ ਨਾ। ਕਦੀ ਸਵੇਰੇ ਉੱਠ, ਮੈਂ 6ਵੀਂ ਸੀਗਾ ਜਦੋਂ ਅਖਬਾਰ ਪੜ੍ਹਨੀ ਸ਼ੁਰੂ ਕਰ ਦਿੱਤੀ ਸੀਗੀ ਮੈਂ, ਤੇ ਜਨਰਲੀ ਅਸੀਂ ਲਾਸ਼ਾਂ ਦੀ ਗਿਣਤੀ ਹੀ ਕਰਦੇ ਸੀਗੇ ਕਿ ਕਿੰਨੀਆਂ ਗਿਰੀਆਂ, ਕਿੰਨੇ ਬੰਦੇ ਮਰੇ। ਸੋ ਅਸੀਂ ਉਹਨਾਂ ਚੀਜ਼ਾਂ 'ਚ ਹੀ ਵੱਡੇ ਹੋਏ ਹੈਗੇ ਆ। ਤੇ 1991-92 ਵਿੱਚ ਇੱਕ ਹੜ੍ਹ ਆਇਆ ਪੰਜਾਬ ਦੇ ਵਿੱਚ, ਤੇ ਉਦੋਂ ਮੈਂ ਪਟਿਆਲੇ ਸੀਗਾ ਤੇ ਮੈਂ ਪਾਣੀ 'ਚ ਘਿਰ ਗਿਆ। ਮੈਂ ਹਫ਼ਤਾ ਘਿਰਿਆ ਰਿਹਾ ਉਸ ਪਾਣੀ ਵਿੱਚ। ਹਫ਼ਤੇ ਕੁ ਬਾਅਦ ਮੈਨੂੰ ਰੈਸਕਿਊ ਕੀਤਾ ਗਿਆ। ਮਤਲਬ ਇਟ ਵਾਜ਼ ਅ ਬਿਗ ਏਰੀਆ, ਕਰੀਬ ਅੱਧੇ ਪੌਣੇ ਕਿਲੋਮੀਟਰ ਦਾ ਏਰੀਆ ਸੀ ਜਿਹਦੇ ਵਿੱਚ ਮੈਂ ਸੀਗਾ, ਤੇ ਇਕੱਲਾ ਹੀ ਸੀਗਾ ਮੈਂ। ਤੇ ਮਤਲਬ ਕੋਈ ਤੁਹਾਡੇ ਨਾਲ ਨਹੀਂ ਸੀ? ਨਹੀਂ, ਮੇਰੇ ਨਾਲ ਕੋਈ ਨਹੀਂ ਸੀਗਾ ਉਦੋਂ, ਮੈਂ ਇਕੱਲਾ ਹੀ ਸੀਗਾ ਬਾਈ ਚਾਂਸ ਉਸ ਜਗ੍ਹਾ ਦੇ ਉੱਪਰ। ਤੇ ਅਚਾਨਕ ਹੀ ਹੜ੍ਹ ਆ ਗਿਆ 3-4 ਦਿਨ ਦੀ ਬਾਰਿਸ਼ ਤੋਂ ਬਾਅਦ, ਤੇ ਆਈ ਵਾਜ਼ ਟ੍ਰੈਪਡ। ਤੇ ਉਦੋਂ ਮੈਂ ਸੋਚ ਹੀ ਰਿਹਾ ਸੀਗਾ ਇਕੱਲਾ ਬੈਠਾ ਉੱਥੇ ਕਿ ਫਲੱਡਿੰਗ ਹੋ ਗਈ, ਹੁਣ ਪਤਾ ਲੱਗ ਜਾਏਗਾ ਬਾਅਦ ਵਿੱਚ, ਗਿਣਤੀ ਹੋ ਜਾਏਗੀ ਕਿੰਨੇ ਬੰਦੇ ਮਰ ਗਏ, ਕਿੰਨੇ ਡੰਗਰ ਮਰ ਗਏ, ਕਿੰਨੇ ਘਰ ਗਿਰ ਗਏ, ਹੋਰ ਕੀ ਨੁਕਸਾਨ ਹੋਇਆ, ਸਾਰੀ ਗਿਣਤੀ ਹੋ ਜਾਏਗੀ। ਪਰ ਕਿੰਨੀਆਂ ਕਿਤਾਬਾਂ ਖਰਾਬ ਹੋ ਗਈਆਂ, ਇਹਦੀ ਤਾਂ ਗਿਣਤੀ ਨਹੀਂ ਹੋ ਸਕਦੀ। ਇਹ ਤਾਂ ਨਹੀਂ ਕਿਸੇ ਨੂੰ ਪਤਾ ਹੋਏਗਾ, ਹੈ ਨਾ। ਕਿੰਨੇ ਗ੍ਰੰਥ ਖਰਾਬ ਹੋ ਗਏ, ਕਿੰਨੇ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਖਰਾਬ ਹੋ ਗਏ, ਕਿਉਂਕਿ ਅਚਾਨਕ ਹੀ ਪਾਣੀ ਆਇਆ ਸੀਗਾ। ਉਹ ਸ਼ਾਮੀ ਮੈਂ ਚੰਡੀਗੜ੍ਹ ਤੋਂ ਪਟਿਆਲੇ ਗਿਆ ਗੱਡੀ ਦੇ ਉੱਪਰ ਜਾ ਕੇ, ਮੈਂ ਗੱਡੀ ਖੜੀ ਕੀਤੀ ਤੇ ਸੌਂ ਗਿਆ। ਸਵੇਰੇ ਉੱਠਿਆ ਤੇ ਸਾਰੇ ਪਾਸੇ ਪਾਣੀ ਸੀਗਾ। ਸੋ ਹੜ੍ਹ ਐਵੇਂ ਆਇਆ ਸੀਗਾ। ਉਹ ਤੁਸੀਂ ਗੱਡੀ ਦੇ ਵਿੱਚ ਹੀ ਸੀਗੇ? ਨਹੀਂ, ਮੈਂ ਤਾਂ ਘਰ 'ਚ ਸੀਗਾ। ਘਰ 'ਚ ਸੀਗੇ, ਓਕੇ, ਠੀਕ ਹੈ। ਤੇ ਸੋ ਫਿਰ ਜਦੋਂ ਅੱਗੇ ਆਪਾਂ ਸਾਡੀ ਜ਼ਿੰਦਗੀ ਅੱਗੇ ਚੱਲੀ, ਕੰਪਿਊਟਰ ਦੇਖਿਆ, ਇੰਟਰਨੈਟ ਦੇਖਿਆ, ਤਾਂ ਮੇਰਾ ਜਦੋਂ ਮੈਂ ਪਹਿਲੀ ਵਾਰ ਇੰਟਰਨੈਟ ਦੇਖਿਆ ਨਾ, ਤਾਂ ਮੇਰਾ ਕੁਐਸਚਨ ਸੀਗਾ ਕਿ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਦੇਖ ਰਹੇ ਹਾਂ ਉਹ ਆ ਕਿੱਥੋਂ ਰਹੀਆਂ। ਸੋ ਜਿਹੜਾ ਮੈਨੂੰ ਦਿਖਾ ਰਿਹਾ ਸੀ ਇੰਟਰਨੈਟ, ਉਹ ਕਹਿੰਦਾ ਕੋਈ ਬੰਦਾ ਕਿਤੇ ਘਰ ਬੈਠਾ ਪਾ ਰਿਹਾ ਹੈਗਾ। ਤੇ ਫਿਰ ਮੇਰੇ ਦਿਮਾਗ 'ਚ ਕੁਐਸਚਨ ਸੀਗਾ ਕਿ ਪੰਜਾਬ ਦੀਆਂ ਚੀਜ਼ਾਂ ਕਿਵੇਂ ਆਉਣਗੀਆਂ। ਠੀਕ ਹੈ, ਮਤਲਬ ਉੱਥੋਂ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਆਈ। ਇਹ ਚੀਜ਼ਾਂ ਸਾਡੀ ਜ਼ਿੰਦਗੀ 'ਚ ਨਾਲ ਚੱਲਦੀਆਂ ਹੈਗੀਆਂ। ਪਰ ਜਦੋਂ ਅਸੀਂ ਹੋਰ ਅੱਗੇ ਆਉਂਦੇ ਹਾਂ 2002 ਦੇ ਵਿੱਚ, 1 ਦੇ ਵਿੱਚ, ਤਾਂ ਉਹ ਨੈਗੇਟਿਵਿਟੀ ਸਾਰੀ ਦਿਮਾਗ 'ਚ ਸਾਹਮਣੇ ਆਉਂਦੀ ਹੈਗੀ ਹੈ। ਤਾਂ ਉਦੋਂ ਨਾਲ ਇਹ ਆਉਂਦਾ ਕਿ ਪੰਜਾਬ ਦੀਆਂ ਕੋਈ ਸੋਹਣੀਆਂ ਚੀਜ਼ਾਂ, ਪੋਜ਼ੀਟਿਵ ਚੀਜ਼ਾਂ ਉਹ ਕਿੱਥੇ ਹੈਗੀਆਂ, ਉਹਨਾਂ ਨੂੰ ਵੀ ਲੱਭਣ ਦੀ ਲੋੜ ਹੈਗੀ ਹੈ। ਸੋ ਉਹ ਲੱਭੀਏ ਤੇ ਬੱਚਿਆਂ ਨੂੰ ਸੋਹਣੀਆਂ ਚੀਜ਼ਾਂ ਵੀ ਦਿਖਾਈਏ। ਮਤਲਬ ਇੱਕ ਤਰ੍ਹਾਂ ਨਾਲ ਤੁਸੀਂ ਵਿਰਸਾ ਸਾਂਭਦੇ ਪਏ ਹੋ,
ਔਰ ਇੱਕ ਤਰ੍ਹਾਂ ਇਹ ਸਾਡੇ ਦਰਸ਼ਕਾਂ ਵਾਸਤੇ ਵੈਸੇ ਬਹੁਤ ਜ਼ਰੂਰੀ ਘਟਨਾ ਹੈ ਕਿ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਘੋਖੋ, ਕੋਈ ਨਾ ਕੋਈ ਅਜਿਹੀ ਘਟਨਾ ਹੋਏਗੀ ਜਿੱਥੋਂ ਤੁਹਾਡੇ ਜੀਵਨ ਦੇ ਵਿੱਚ ਇੱਕ ਬਦਲਾਅ, ਇੱਕ ਪਰਿਵਰਤਨ ਸ਼ੁਰੂ ਹੋ ਸਕਦਾ ਹੈ। ਸੰਵੇਦਨਸ਼ੀਲ ਹੋ ਕੇ ਉਹਨੂੰ ਦੇਖਣ ਦੀ ਲੋੜ ਹੈ। ਸੋ ਇਹਦੇ ਵਿੱਚੋਂ ਕੋਈ ਨਾ ਕੋਈ ਸੁਨੇਹਾ ਤਾਂ ਜ਼ਰੂਰ ਨਿਕਲਦਾ ਕਿ ਤੁਸੀਂ ਇਹ ਵਿਰਸਾ ਸਾਂਭਣ ਦੀ ਗੱਲ ਕੀਤੀ, ਜੋ ਸਾਡੇ ਦਰਸ਼ਕਾਂ ਦੇ ਲਈ ਬਹੁਤ ਲਾਹੇਵੰਦ ਹੋ ਸਕਦਾ, ਬਹੁਤ ਕਮਾਲ ਦਾ ਇੱਕ ਸੁਨੇਹਾ ਹੋ ਸਕਦਾ ਹੈ। ਕੁਝ ਕਹਿਣਾ ਚਾਹੋਗੇ ਆਪਣੇ ਦਿਲ ਦੀ ਗੱਲ ਜੋ ਸਾਡੇ ਦਰਸ਼ਕਾਂ ਨੂੰ? ਵਿਰਸਾ ਜਿਹੜਾ ਹੈਗਾ ਨਾ, ਉਹ ਜਿਹੜੀਆਂ ਚੀਜ਼ਾਂ ਅਸੀਂ ਵੀ ਡਿਜੀਟਾਈਜ਼ ਕਰ ਰਹੇ ਹਾਂ, ਸੰਭਾਲ ਰਹੇ ਹੈਗੇ ਹਾਂ ਜੀ, ਉਹ ਅਸੀਂ ਤਾਂ ਸੰਭਾਲ ਪਾ ਰਹੇ ਹਾਂ ਕਿ ਕਿਸੇ ਨੇ ਸਾਂਭੀਆਂ ਸੀ, ਉਹ ਸਾਡੇ ਬਜ਼ੁਰਗਾਂ ਨੇ ਸਾਂਭੀਆਂ ਸੀ, ਬਜ਼ੁਰਗਾਂ ਦੇ ਬੱਚਿਆਂ ਨੇ ਅੱਗੇ ਸਾਂਭੀਆਂ ਸੀਗੀਆਂ, ਤਾਂ ਕਰਕੇ ਅਸੀਂ ਡਿਜੀਟਾਈਜ਼ ਕਰ ਪਾ ਰਹੇ ਹਾਂ ਉਹ। ਤੇ ਜਿਹੜੀ ਚੀਜ਼ ਅਸੀਂ ਚਾਹੁੰਦੇ ਹੈਗੇ ਹਾਂ ਉਹ ਹੈ ਕਿ ਹਰ ਘਰ ਦੇ ਵਿੱਚ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਸਿਖਾਓ ਕਿ ਪਰਿਵਾਰ ਦੀਆਂ ਚੀਜ਼ਾਂ ਸਾਂਭਣੀਆਂ, ਪਰਿਵਾਰ ਦਾ ਵਿਰਸਾ ਸਾਂਭਣਾ ਹੈਗਾ। ਪਰਿਵਾਰ ਦਾ ਵਿਰਸਾ ਇੱਕ ਦਿਨ ਕੌਮ ਦਾ ਵਿਰਸਾ, ਦੇਸ਼ ਦਾ ਵਿਰਸਾ ਬਣ ਜਾਂਦਾ ਹੈਗਾ। ਸੋ ਜਦੋਂ ਬੱਚਿਆਂ ਨੂੰ ਆਪਣੀਆਂ ਚੀਜ਼ਾਂ ਸਾਂਭਣੀਆਂ ਆਉਣਗੀਆਂ ਤਾਂ ਉਹ ਦੇਸ਼ ਦੀਆਂ ਚੀਜ਼ਾਂ ਵੀ ਸਾਂਭਣ ਜੋਗੇ ਹੋ ਜਾਣਗੇ। ਦਸ਼ਮੇਸ਼ ਪਿਤਾ ਵੇਲੇ ਸਰਸਾ ਨਦੀ ਦੇ ਵਿੱਚ ਸਾਡਾ ਬਹੁਤ ਸਾਰਾ ਸਾਹਿਤ, ਬਹੁਤ ਸਾਰੀਆਂ ਪਵਿੱਤਰ ਪੁਸਤਕਾਂ ਖਰਾਬ ਹੋਈਆਂ, ਔਰ ਇੱਥੇ ਤੁਸੀਂ ਪਾਣੀ ਵਿੱਚ, ਆਪ ਹੜ੍ਹ ਦੇ ਵਿੱਚ ਘਿਰ ਗਏ, ਤੁਹਾਡੇ ਦਿਮਾਗ ਵਿੱਚ ਉਹ ਘਟਨਾ ਸੀ ਤੇ ਉਸ ਘਟਨਾ ਨੂੰ ਤੁਸੀਂ ਆਪਣੀ ਜ਼ਿੰਦਗੀ ਦੀ ਇਸ ਘਟਨਾ ਨਾਲ ਜੋੜਿਆ ਤੇ ਤੁਹਾਡੇ ਜੀਵਨ 'ਚ ਪਰਿਵਰਤਨ ਆਇਆ ਔਰ ਤੁਸੀਂ ਇੱਥੇ ਤੱਕ ਪਹੁੰਚਦੇ ਪਏ ਹੋ। ਸੋ ਇਹ ਬਹੁਤ ਵਧੀਆ ਗੱਲ ਹੈ ਜੋ ਸਾਡੇ ਦਰਸ਼ਕਾਂ ਦੇ ਖਾਸ ਕੰਮ ਆ ਸਕਦੀ ਹੈ। ਇੱਕ ਚੀਜ਼ ਹੋਰ ਕਿ ਇਹ ਸਾਰੀਆਂ ਸਰਕਾਰਾਂ ਮਿਲ ਕੇ, ਸਾਰੇ ਇੰਸਟੀਚਿਊਟ ਜਿੰਨੇ ਜਾਣੇ ਲੱਗੇ ਹੋਏ ਨੇ, ਕੋਈ NGOs ਲੱਗੀਆਂ ਹੋਈਆਂ ਨੇ, ਸੋ ਇਹ ਸਾਰਾ ਕੁਝ ਮਿਲ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਬਹੁਤ ਜਲਦੀ, ਕਿਉਂਕਿ 1 ਮਿੰਟ 'ਚ ਮੈਂ ਆਨਸਰ ਚਾਹੂੰਗਾ, ਤੁਹਾਨੂੰ ਲੱਗਦਾ ਹੈ ਕਿ ਬਹੁਤ ਕੁਝ ਬਹੁਤ ਜਲਦੀ ਹੋ ਸਕਦਾ ਹੈ, ਸਾਨੂੰ ਇੱਕ ਨਵਾਂ ਪਰਿਵਰਤਨ, ਇੱਕ ਨਵੀਂ ਕ੍ਰਾਂਤੀ ਵੇਖਣ ਨੂੰ ਮਿਲ ਸਕਦੀ ਹੈ ਡਿਜੀਟਲ ਦੁਨੀਆ ਦੇ ਵਿੱਚ? ਬਹੁਤ ਜਲਦੀ ਹੋ ਸਕਦਾ ਹੈਗਾ ਔਰ ਬਹੁਤ ਜਲਦੀ ਹੋਏਗਾ, ਤੇ ਉਹਨੂੰ ਬਹੁਤ ਜਲਦੀ ਕਰਨ ਦੀ ਵੀ ਲੋੜ ਹੈਗੀ ਹੈ, ਕਿਉਂਕਿ ਸਾਡੀ ਜਿਹੜੀ ਦੌੜ ਹੈਗੀ ਹੈ, ਜਿਹੜੀ ਸਾਡੀ ਰੇਸ ਹੈ, ਜਿਹੜਾ ਸਾਡਾ ਕੰਪੀਟੀਸ਼ਨ ਹੈਗਾ, ਉਹ ਉਹਨਾਂ ਨਾਲ ਹੈ ਜਿਹੜੇ ਕਿਤਾਬਾਂ ਨੂੰ ਖਾ ਰਹੇ ਆ ਰੋਜ਼। ਜਾਂ ਉਹ ਖਾ ਜਾਣਗੇ ਪਹਿਲੇ, ਜਾਂ ਅਸੀਂ ਸਾਂਭ ਲਵਾਂਗੇ ਪਹਿਲੇ। ਉਹ ਸਿਉਂਕ, ਉਹ ਦੀਮਕ, ਉਹ ਕੀੜੇ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਆਪਣੀ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਡੀਡੀ ਪੰਜਾਬੀ ਵੱਲੋਂ ਸ਼ੁਭ ਇੱਛਾ। ਥੈਂਕ ਯੂ। ਸੋਹਣੀ ਤੇ ਮਗਰੂਰ ਕੁੜੀ, ਦਿਲ ਤੋੜਨ ਵਿੱਚ ਮਸ਼ਹੂਰ ਕੁੜੀ। ਇੱਕ ਸੋਹਣੀ ਤੇ ਮਗਰੂਰ ਕੁੜੀ, ਦਿਲ ਤੋੜਨ ਵਿੱਚ ਮਸ਼ਹੂਰ ਕੁੜੀ। ਆਖੇ ਬਿਨ ਮੰਗਿਆਂ ਸੁੱਟ ਜਾਂਦੇ ਨੇ, ਬਿਨ ਮੰਗਿਆਂ ਸੁੱਟ ਜਾਂਦੇ ਨੇ, ਆਸ਼ਿਕ ਨੇ ਟਾਲੇ ਜਾਂਦੇ ਨਹੀਂ। ਕਹਿੰਦੀ ਆਪਣੇ ਪਛਾਣ ਕੇ ਲੈ ਜਾਓ, ਕਹਿੰਦੀ ਆਪਣੇ ਪਛਾਣ ਕੇ ਲੈ ਜਾਓ, ਦਿਲ ਹੋਰ ਸੰਭਾਲੇ ਜਾਂਦੇ ਨਹੀਂ। ਕਹਿੰਦੀ ਆਪਣੇ ਪਛਾਣ ਕੇ ਲੈ ਜਾਓ, ਦਿਲ ਹੋਰ ਸੰਭਾਲੇ ਜਾਂਦੇ ਨਹੀਂ। ਤੇ ਕਿੰਨੇ ਮਰਦੇ ਨੇ, ਉਹ ਗਿਣਤੀ ਲੇਖਾ ਨਹੀਂ ਕਰਦੀ, ਉਹ ਗਿਣਤੀ ਲੇਖਾ ਨਹੀਂ ਕਰਦੀ। ਫੱਟ ਲਾਉਣੇ ਕਹਿੰਦੀ ਕੰਮ ਮੇਰਾ, ਪੱਟੀਆਂ ਦਾ ਠੇਕਾ ਨਹੀਂ ਕਰਦੀ, ਪੱਟੀਆਂ ਦਾ ਠੇਕਾ ਨਹੀਂ ਕਰਦੀ। ਉਹਦੇ ਰੋਗੀਆਂ ਨੂੰ ਦੁੱਖ ਕਿਹੜੇ ਨੇ, ਰੋਗੀਆਂ ਨੂੰ ਦੁੱਖ ਕਿਹੜੇ ਨੇ, ਵੈਦਾਂ ਤੋਂ ਭਾਲੇ ਜਾਂਦੇ ਨਹੀਂ। ਕਹਿੰਦੀ ਆਪਣੇ ਪਛਾਣ ਕੇ ਲੈ ਜਾਓ, ਆਪਣੇ ਪਛਾਣ ਕੇ ਲੈ ਜਾਓ, ਦਿਲ ਹੋਰ ਸੰਭਾਲੇ ਜਾਂਦੇ ਨਹੀਂ। ਕਹਿੰਦੀ ਆਪਣੇ ਪਛਾਣ ਕੇ ਲੈ ਜਾਓ, ਦਿਲ ਹੋਰ